ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ। ਗੱਲ ਕਰਦੇ ਹਾਂ ਕਿਸਾਨੀ ਮੁੱਦੇ ਦੀ। ਦਿੱਲੀ ਬਾਰਡਰ ਉੱਤੇ ਜੋ ਕਿਸਾਨਾਂ ਦਾ ਸੰਘਰਸ਼ ਹੈ ਲਗਾਤਾਰ ਵੱਧਦਾ ਜਾ ਰਿਹਾ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਮਣੇ ਸਾਹਮਣੇ ਨੇ ਤੇ ਫਿਲਹਾਲ ਹਜੇ ਤੱਕ ਇਸ ਦਾ ਕੋਈ ਸੋਲੂਸ਼ਨ ਨਹੀਂ ਹੋ ਸਕਿਆ। ਗੱਲ ਕਰਦੇ ਹਾਂ ਕਿ ਕਿਸਾਨੀ ਮੁੱਦੇ ਉੱਤੇ ਤੇ ਕਿਸਾਨੀ ਜੋ 3 ਬਿੱਲ ਪਾਸ ਕੀਤੇ ਗਏ ਨੇ, ਕੀ ਬਿੱਲ ਨੇ ਤੇ ਕਿਹਨਾਂ ਕਰਕੇ ਜੋ ਕਿਸਾਨ ਹੈ ਇਸ ਦਾ ਵਿਰੋਧ ਕਰ ਰਹੇ ਨੇ। ਗੱਲ ਕਰਨ ਲਈ ਅੱਜ ਸਾਡੇ ਨਾਲ ਵਿਸ਼ੇਸ਼ ਰੂਪ ਦੇ ਵਿੱਚ ਉਪਸਥਿਤ ਨੇ ਨੰਗਲ ਦੇ ਯੁਵਾ ਉਤਾਂਸ਼ ਮੋਂਗਾ ਜੀ। ਗੱਲ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਮੋਂਗਾ ਜੀ, ਜਾਣਨਾ ਚਾਹਾਂਗੇ ਜੋ ਕਿਸਾਨੀ ਬਿੱਲ ਨੇ ਕੀ ਉਹਨਾਂ ਦੇ ਵਿੱਚ ਕਮੀ ਹੈ ਜੋ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ, ਸਿੰਪਲ ਤੇ ਸਪਸ਼ਟ ਭਾਸ਼ਾ ਦੇ ਵਿੱਚ। ਪਹਿਲੇ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਅੱਜ ਮੈਂ 3 ਬਿੱਲ ਲੈ ਕੇ ਆ ਰਿਹਾ ਜਿਹੜੇ ਕੇਂਦਰ ਸਰਕਾਰ ਨੇ ਪਾਸ ਕੀਤੇ ਆ, ਐਕਟ ਜਿਹੜੇ ਹੈਗੇ ਪਾਸ ਕੀਤੇ ਆ। ਤੁਸੀਂ ਦੇਖ ਸਕਦੇ ਹੋ, ਇੱਦਾਂ ਗਜ਼ਟ ਆਫ ਇੰਡੀਆ ਦੀ ਅਫੀਸ਼ੀਅਲ ਵੈਬਸਾਈਟ 'ਤੇ ਹੈ, ਤੁਸੀਂ ਸਾਰੇ ਜਾ ਕੇ ਦੇਖ ਸਕਦੇ ਹੋ। ਇਹਦਾ ਪਹਿਲਾ ਜਿਹੜਾ ਹੈ, ਪਹਿਲੇ ਤਾਂ ਮੈਂ ਕਹਿਣਾ ਚਾਹੂੰਗਾ ਤੁਹਾਨੂੰ ਇਸ ਇੰਟਰਵਿਊ ਦਾ, ਇਸ ਵੀਡੀਓ ਦਾ ਬਹੁਤ ਫਾਇਦਾ ਹੋਊਗਾ, ਕਿਉਂਕਿ ਪਹਿਲੀ ਗੱਲ ਤਾਂ ਇਹਨਾਂ ਦੇ ਜਿਹੜੇ ਸਮਰਥਕ ਹੈ ਉਹ ਇਹੀ ਮੇਨ ਉਹਦੇ ਕੋਲ ਇਹੀ ਆਰਗੂਮੈਂਟ ਹੈ, ਕੋਈ ਖਾਸ ਆਰਗੂਮੈਂਟ ਜਿਹੜਾ ਹੈ ਨਹੀਂ। ਇਹੀ ਆਰਗੂਮੈਂਟ ਜਿਹੜਾ ਸਟਰੋਂਗ ਹੈ ਕਿ ਤੁਸੀਂ ਮੀਡੀਆ ਦੇ ਭਕਾਵੇ 'ਚ ਆਏ ਹੋ, ਤੁਸੀਂ ਕਿਸਾਨਾਂ ਦੇ ਭਕਾਵੇ 'ਚ ਆ ਕੇ ਬਿੱਲ ਦਾ ਵਿਰੋਧ ਕਰ ਰਹੇ ਹੋ। ਇਹੀ ਉਹਨਾਂ ਵੱਲੋਂ ਸਾਨੂੰ ਆਰਗੂਮੈਂਟ ਆਉਂਦਾ ਹੈ ਨਾ। ਤੇ ਕੁਝ ਕਹਿੰਦੇ ਹੈ ਕਿ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਮੰਨ ਲਈ ਹੋਈ ਹੈ ਤੇ ਕਿਸਾਨ ਵੈਸੇ ਹੀ ਬੈਠੇ ਹੋਏ ਆ ਉੱਥੇ ਓਪੋਜੀਸ਼ਨ ਪਾਰਟੀਆਂ ਦੇ ਭਗਾਵੇ 'ਚ ਆ ਕੇ। ਤਾਂ ਮੈਂ ਅੱਜ ਉਹਨਾਂ ਨੂੰ ਜਵਾਬ ਦੇਣ ਆਇਆ ਕਿ ਅਸਲੀ ਬਿੱਲ ਅੱਜ ਲੈ ਕੇ ਆਇਆ ਕਿ ਤੁਹਾਨੂੰ ਅਸਲੀ ਬਿੱਲ 'ਚ ਜਿਹੜੇ ਕਿਸਾਨ ਗੱਲ ਕਹਿ ਰਹੇ ਆ ਉਹ ਕਿਹੜੇ ਸੈਕਸ਼ਨ ਵਿੱਚ ਹੈ, ਕਿਹੜਾ ਕਿੱਦਾਂ ਹੈ, ਉਹ ਤੁਹਾਨੂੰ ਅੱਜ ਦੱਸਾਂਗਾ। ਤੇ ਇਸ ਇੰਟਰਵਿਊ ਨੂੰ ਪੂਰੀ ਦੇਖੋ, ਸ਼ੇਅਰ ਕਰੋ ਤੇ ਇਹਦਾ ਫਾਇਦਾ ਤੁਹਾਨੂੰ ਜ਼ਰੂਰ ਹੋਏਗਾ। ਜੇ ਕੋਈ ਇੱਦਾਂ ਤੁਹਾਨੂੰ ਕਹਿੰਦਾ ਹੈ ਤੇ ਤੁਸੀਂ ਇੰਨੇ ਅਵੇਅਰ ਹੋਵੋਗੇ ਕਿ ਤੁਸੀਂ ਦੱਸ ਪਾਓਗੇ ਕਿ ਅਸਲੀ ਬਿੱਲ 'ਚ ਵੀ ਉਹ ਕਮੀਆਂ ਹੈਗੀਆਂ ਕਿਤੇ ਨਾ ਕਿਤੇ। ਤਾਂ ਅੱਜ ਮੈਂ ਬਿੱਲ ਲੈ ਕੇ ਆਇਆ, ਤੁਹਾਨੂੰ ਪਹਿਲੇ ਦੱਸਦਾ। ਲੰਬੇ ਨਾਮ ਬੜੇ ਇਹਨਾਂ ਦੇ ਹੈ। ਪਹਿਲੇ ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਐਕਟ ਜਿਹੜਾ 2020 ਦਾ, ਤੇ ਦੂਜਾ ਹੈਗਾ ਫਾਰਮਰਸ ਐਗਰੀਮੈਂਟ ਦਾ ਐਕਟ ਜਿਹੜਾ ਜਿਹਨੂੰ ਕੰਟਰੈਕਟ ਫਾਰਮਿੰਗ ਦੇ ਨਾਮ ਤੇ ਜਾਣਿਆ ਜਾਂਦਾ ਆਮ ਪਬਲਿਕ ਵਿੱਚ। ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020। ਤੇ ਤੀਜਾ ਹੈਗਾ ਇਹ ਵਾਲਾ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ। ਇਹ ਜਿਹੜੇ ਹੈਗਾ 1955 ਦੇ ਐਕਟ ਨੂੰ ਅਮੈਂਡਮੈਂਟ ਕੀਤੀ ਹੈ 2000 ਦੇ ਵਿੱਚ 20 ਦੇ ਵਿੱਚ। ਆਹ 3 ਐਕਟ ਅੱਜ ਮੈਂ ਲੈ ਕੇ ਆਇਆ। ਹਾਂਜੀ, ਤੇ ਇਹ 3 ਨਾਮ ਸੀਗੇ। ਤੇ ਮੋਂਗੇ, ਜੇ ਗੱਲ ਕਰਦੇ ਆ ਤਾਂ ਇਹਨਾਂ ਦੇ ਵਿੱਚ ਕਿਸਾਨ ਕਿੱਥੇ ਕਹਿ ਰਹੇ ਨੇ ਕਮੀ ਹੈ ਤੇ ਕੇਂਦਰ ਸਰਕਾਰ ਕਹਿ ਰਹੀ ਹੈ ਠੀਕ ਹੈ। ਤੁਹਾਡੇ ਕੀ ਵਿਊ ਹੈ, ਤੁਸੀਂ ਕੀ ਜੱਜ ਕਰਦੇ ਹੋ ਜਾਂ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਸੀਗਾ ਇਹਦੇ ਵਿੱਚ ਜਿਹੜੀ ਕਮੀਆਂ ਹੈ, ਸਾਰਾ ਤੁਹਾਡਾ ਉਹ ਪਹਿਲੇ ਤਾਂ ਸ਼ੁਰੂ ਕਰਦਾ ਮੈਂ ਇਹਦੇ ਵਿੱਚ ਫਾਰਮਰ ਨੂੰ ਕਿਸ ਤਰ੍ਹਾਂ ਦੱਸਿਆ ਗਿਆ ਕਿ ਫਾਰਮਰ ਹੈ ਕੌਣ ਹੈ। ਹਰ ਐਕਟ ਦੇ ਵਿੱਚ ਜਿਹਦੇ ਬਾਰੇ ਉਹ ਐਕਟ ਹੁੰਦਾ ਹੈ ਉਹਨੂੰ ਉਸ ਬੰਦੇ ਬਾਰੇ ਜਾਂ ਉਸ ਗਰੁੱਪ ਬਾਰੇ ਦੱਸਿਆ ਜਾਂਦਾ ਕਿ ਉਸ ਗਰੁੱਪ ਦੇ ਵਿੱਚ ਕੌਣ ਕਿਹਨੂੰ ਇਨਕਲੂਡ ਕਰ ਸਕਦੇ ਹਾਂ ਅਸੀਂ। ਤਾਂ ਪਹਿਲੇ ਤਾਂ ਇਹ ਸੈਕਸ਼ਨ 2 ਧਾਰਾ 2 ਦੇ ਵਿੱਚ ਇਹ ਦੱਸਿਆ ਗਿਆ ਕਿ ਫਾਰਮਰ ਦੇ ਵਿੱਚ ਖੁਦ ਫਾਰਮਰ ਜਾਂ ਜਿਹੜਾ ਲੇਬਰ ਹੈ ਉਹਨੇ ਹਾਇਰ ਕੀਤੀ ਹੈ, ਜਾਂ ਇੱਕ ਅਦਰਵਾਈਜ਼ ਸ਼ਬਦ ਪਾਇਆ ਇਹਦੇ ਵਿੱਚ। ਹੁਣ ਇੱਕ ਤਾਂ ਇਹਨਾਂ ਨੇ ਆੜਤੀਆ ਨਹੀਂ ਪਾਇਆ ਲਿਖਿਆ, ਕਰੋਪਰ ਨਹੀਂ ਲਿਖਿਆ, ਜਿਹੜਾ ਨਾਲ ਟਿਲਰ ਜਿਹੜਾ ਹੁੰਦਾ ਹਲ ਜੋਤਣ ਵਾਲਾ ਬੰਦਾ ਉਹ ਨਹੀਂ ਲਿਖਿਆ ਇਹਨਾਂ ਨੇ। ਤੇ ਅਦਰਵਾਈਜ਼ ਲਿਖਤਾ ਕਿ ਅਦਰਵਾਈਜ਼ ਤੁਸੀਂ ਕੁਝ ਵੀ ਜੋ ਵੀ ਹੈਗੇ ਫਾਰਮਰ ਤੁਹਾਨੂੰ ਲੱਗਦਾ ਉਹ ਇਨਕਲੂਡ ਕਰ ਸਕਦੇ ਆ। ਪਰ ਜਿਹੜੀ ਮਾੜਾ ਮੋਟਾ ਵੀ ਫਾਇਦਾ ਕਿਸੇ ਨੂੰ ਹੋਣਾ ਹੈ ਫਾਰਮਰ ਟਰਮ 'ਚੋਂ, ਉਹਨਾਂ ਨੇ ਇਹੀ ਕਹਿ ਦੇਣਾ ਕਿ ਇਹਦੇ ਵਿੱਚ ਤਾਂ ਆੜਤੀਆ, ਕਰੋਪਰ, ਟਿਲਰ ਜੋ ਵੀ ਹੈਗਾ ਉਹ ਹੈ ਨਹੀਂ ਇਹਦੇ ਵਿੱਚ। ਤੇ ਤੁਸੀਂ ਕਹਿੰਦੇ ਕਿ ਇਹਦੇ ਵਿੱਚ ਕੋਈ ਵੀ ਇਨਕਲੂਡ ਕਰ ਲਓ ਬੰਦਾ। ਤਾਂ ਜੇ ਕੋਈ ਵੀ ਅਸੀਂ ਇਨਕਲੂਡ ਕਰ ਸਕਦੇ ਸੀ, ਲੇਬਰ ਵੀ ਕਿਉਂ ਲਿਖਤਾ ਫਿਰ? ਉਹਦੀ ਵੀ ਤੁਸੀਂ ਸ਼ਾਹੀ ਬਚਾ ਲੈਂਦੇ ਹੈ ਨਾ। ਜੇ ਲੇਬਰ ਲਿਖਿਆ ਹੈ ਤਾਂ ਬਾਕੀ ਵੀ ਲਿਖ ਦੇਣੇ ਚਾਹੀਦੇ ਸੀਗੇ। ਤਾਂ ਇਹ ਗੜਬੜ ਜੀ ਹੈ ਇਹਦੇ ਵਿੱਚ ਬਹੁਤ। ਤੇ ਜੇ ਆੜਤੀਆ ਦੀ ਮੈਂ ਗੱਲ ਕਰਾਂ ਕਿ ਆੜਤੀਆਂ ਵਿੱਚੋਂ ਹਟਾਉਣਾ, ਤੁਹਾਡੇ ਮੁਤਾਬਕ ਜੋ ਲਾਈਨ ਤੁਸੀਂ ਡਿਫਾਈਨ ਕੀਤੀ ਹੈ ਅਦਰਸ ਲਿਖਿਆ ਹੋਇਆ ਇਹਦੇ ਵਿੱਚ, ਅਦਰਸ ਕੋਈ ਵੀ ਹੋ ਸਕਦਾ, ਉਹ ਇਸ ਐਕਟ ਦਾ ਮਿਸਯੂਜ਼ ਵੀ ਕਰ ਸਕਦੇ ਹੈ ਤੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਵੀ ਹੋ ਸਕਦਾ। ਬਿਲਕੁਲ ਸਰਕਾਰ ਵੱਲੋਂ ਮਿਸਯੂਜ਼ ਹੀ ਕਰਨ ਵਾਸਤੇ ਮੇਰੇ ਖਿਆਲ ਤਾਂ ਇਹ ਵਿੱਚ ਪਾਇਆ ਗਿਆ ਹੈ ਨਾ। ਕਿ ਨਾਲੇ ਇਹਦੇ ਵਿੱਚ ਦੇਖੋ ਤੁਸੀਂ ਅਦਰਵਾਈਜ਼ ਲਿਖਤਾ, ਜੇ ਅਦਰਵਾਈਜ਼ 'ਚ ਅਸੀਂ ਮੰਨ ਲਓ ਸਾਰਿਆਂ ਨੂੰ ਪਾਉਣਾ ਸੀ, ਕੋਈ ਇਹ ਬੰਦਾ ਖੜਾ ਇਹਨੂੰ ਫਾਰਮਰ ਕਹਿਣਾ ਸੀ ਅਦਰਵਾਈਜ਼ 'ਚ, ਤਾਂ ਲੇਬਰ ਵੀ ਕਿਉਂ ਲਿਖਤਾ? ਉਹ ਵੀ ਅਦਰਵਾਈਜ਼ ਹੀ ਪਾ ਜਾਂਦੇ ਅਸੀਂ। ਜੇ ਲੇਬਰ ਤੁਸੀਂ ਲਿਖ ਹੀ ਰਹੇ ਤਾਂ ਕੋਈ ਹਲ ਜੋਤਣ ਵਾਲਾ ਬੰਦਾ ਜੋ ਵੀ ਹੁੰਦੇ ਉਹ ਵੀ ਲਿਖ ਦਿੰਦੇ। ਸਰਕਾਰ ਨੇ ਚੋਰ ਖਿੜਕੀ ਰੱਖ ਲਈ ਹੈ। ਹਾਂਜੀ, ਉਹ ਰੱਖ ਲਈ। ਤੇ ਆੜਤੀਆ ਉਹ ਤਾਂ ਖੁਦ ਇੱਕ ਆੜਤੀਆ ਨੂੰ ਜ਼ਰੂਰ ਕਹਿ ਰਿਹਾ ਕਿ ਅਸੀਂ ਮਿਡਲਮੈਨ ਜਿਹੜਾ ਮੰਡੀ ਮਿਡਲਮੈਨ ਜਿਹਨੂੰ ਕਹਿੰਦੇ ਆ, ਉਹ ਅਸੀਂ ਵਿੱਚੋਂ ਹਟਾ ਰਹੇ ਹਾਂ। ਤੇ ਆੜਤੀਆ ਵੈਸੇ ਇੱਕ ਕੰਮ ਵਾਲਾ ਬੰਦਾ, ਕੰਮ ਕਰਨ ਵਾਲਾ, ਮਤਲਬ ਉਹਦੀ ਹੈਲਪ ਕਰਦਾ ਹੈ ਉਹਦੀ ਫਾਰਮਰ ਦੀ, ਕਿਸਾਨ ਦੀ। ਆੜਤੀਆ ਉਹਨੂੰ ਜਿਹੜੀ ਵੇਟ ਚੈੱਕ ਕਰਨ 'ਚ ਹੈਲਪ ਕਰਦਾ ਹੈ, ਉਹ ਉਹਨੂੰ ਕਦੀ ਪੈਸੇ ਉਧਾਰ ਦੇ ਦਿੰਦਾ ਹੈ, ਉਹਨੂੰ ਜਨਰਲ ਨੌਲੇਜ ਸਭ ਤੋਂ ਵੱਡੀ ਚੀਜ਼। ਕਹਿਣ ਦਾ ਮਤਲਬ ਜੋ ਆੜਤੀ ਇੱਕ ਤਰ੍ਹਾਂ ਦਾ ਬੈਂਕ ਹੀ ਹੁੰਦਾ ਹੈ ਕਿਸਾਨਾਂ ਦਾ। ਹਾਂ, ਉਹ ਬੈਂਕੀ ਤੋਂ ਇਲਾਵਾ ਵੀ ਕਈ ਕੁਝ ਹੁੰਦਾ ਹੈ, ਉਹ ਜਨਰਲ ਨੌਲੇਜ ਉਹਨੂੰ ਪ੍ਰੋਵਾਈਡ ਕਰਦਾ ਹੈ
ਹੈ ਨਾ, ਤੇ ਕੀ ਇੱਥੇ ਕੀ ਕਰਨਾ ਚਾਹੀਦਾ, ਇੱਥੇ ਕੀ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਜੇ ਉਹਨੂੰ ਫਾਇਦਾ ਹੋਣਾ ਹੈ ਤਾਂ ਇਹਦੇ ਵਿੱਚ ਮੈਂਸ਼ਨ ਨਹੀਂ ਨਾ ਹੈਗਾ। ਉਹ ਤਾਂ ਸਰਕਾਰ ਵੈਸੇ ਵੀ ਖੁਦ ਹੀ ਕਹਿ ਰਹੀ ਹੈ ਕਿ ਅਸੀਂ ਆੜਤੀਆਂ ਨੂੰ ਕੱਢਤਾ ਵਿੱਚੋਂ, ਪਰ ਆੜਤੀ ਕੰਮ ਦਾ ਹੁਣ ਕਿਸਾਨ ਤੇ ਸਾਰਾ ਬਹੁਤ ਜ਼ਿਆਦਾ ਆੜਤੀ ਕੰਮ ਕਰਦਾ ਸੀਗਾ। ਆੜਤੀਆ ਫਰਟੀਲਾਈਜ਼ਰ ਏਜੰਟ ਵੀ ਹੁੰਦੇ ਆ, ਕਈ ਫਰਟੀਲਾਈਜ਼ਰ ਪੈਸਟੀਸਾਈਡ ਵਗੈਰਾ ਵੀ ਉਹਨੂੰ ਪ੍ਰੋਵਾਈਡ ਕਰਦੇ ਆ। ਤਾਂ ਕੰਮ ਦੀ ਚੀਜ਼ ਆ ਇਹ, ਤੇ ਇਹਦੇ ਵਿੱਚੋਂ ਇਹ ਹੈ ਵਿੱਚ ਇਲੈਕਟ੍ਰੋਨਿਕ ਟ੍ਰੇਡਿੰਗ ਐਂਡ ਟ੍ਰਾਂਜੈਕਸ਼ਨ ਪਲੇਟਫਾਰਮ ਦੀ ਸੈਕਸ਼ਨ 2 ਦੇ ਧਾਰਾ 2 ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਟੈਕਨੋਲੋਜੀ ਦਾ ਅਸੀਂ ਯੂਜ਼ ਕਰਕੇ ਕਿਸਾਨਾਂ ਲਈ ਫਾਇਦੇਮੰਦ ਅਸੀਂ ਕਰਾਂਗੇ ਕੰਮ। ਪਰ ਇਹਦੇ ਵਿੱਚ ਇਹ ਹੈ ਕਿ ਪਹਿਲੇ ਕਿਸਾਨ ਨੂੰ ਪਤਾ ਨਹੀਂ ਹੈ, ਉਹ ਇਹ ਨਹੀਂ ਕਿ ਉਹ ਅਨਪੜ੍ਹ ਹੈ, ਉਹਨੂੰ ਆਪਣੇ ਐਗਰੀਕਲਚਰ ਬਾਰੇ ਜ਼ਰੂਰ ਪਤਾ ਸਭ ਕੁਝ, ਪਰ ਉਹਨੂੰ ਫਿਰ ਇੱਕ ਬੰਦਾ ਹਾਇਰ ਕਰਨਾ ਪਏਗਾ ਪਹਿਲੇ ਤਾਂ, ਹੈ ਨਾ, ਕੋਈ ਯੁਵਾ ਹਾਇਰ ਕਰਨਾ ਪਏਗਾ ਜਿਹੜਾ ਕਿ ਇਹਨੂੰ ਜਾਣਦਾ ਹੈ ਟੈਕਨੋਲੋਜੀ ਨੂੰ ਜ਼ਿਆਦਾ, ਹੈ ਨਾ। ਉਹ ਫਿਰ ਪੜ੍ਹਿਆ ਜਿਹੜਾ ਉਹਨੂੰ ਸਮਝ ਸਕੇ ਤੇ ਉਹ ਦੱਸੂਗਾ, ਉਹਨੂੰ ਪੈਸੇ ਦੇਣ ਪੈਣਗੇ। ਫ੍ਰੀ ਤਾਂ ਕੋਈ ਕੰਮ ਨਹੀਂ ਕਰਦਾ ਅੱਜ ਕੱਲ੍ਹ, ਹੈ ਨਾ। ਤੇ ਦੂਜਾ ਹੈ ਉਸ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੂੰ ਇੱਕ ਵਕੀਲ ਵੀ ਹਾਇਰ ਕਰਨਾ ਪਏਗਾ ਕਿ ਜਿਹੜਾ ਕੰਟਰੈਕਟ ਨੂੰ ਡੀਕੋਡ ਕਰੇ, ਉਹਨੂੰ ਦੱਸ ਸਕੇ। ਵਕੀਲ ਆ ਫਿਰ ਮੋਟੀ ਮੋਟੀ ਫੀਸ ਲੈਣਗੇ, ਹੈ ਨਾ। ਫਿਰ ਇਹ ਕਹਿ ਰਹੇ ਕਿ ਕਿਸਾਨ ਦਾ ਖਰਚਾ ਵੱਧ ਗਿਆ ਫਿਰ ਤੇ। ਹਾਂ, ਖਰਚਾ ਵੱਧ ਗਿਆ। ਇਹ ਕਹਿ ਰਹੇ ਕਿ ਇਹਦੇ ਕਰਕੇ ਕਿਸਾਨਾਂ ਨੂੰ ਫ੍ਰੀडम ਮਿਲੇਗੀ, ਇੱਕ ਐਕਸਟਰਾ ਫ੍ਰੀडम ਮਿਲੇਗੀ ਕਿ ਉਹ ਕਰਨਗੇ। ਪਰ ਇਹੋ ਜਿਹੀ ਫ੍ਰੀडम ਦਾ ਕਿਆ ਕਰਨਾ ਜਿਸ 'ਚ ਉਹਦਾ ਹੀ ਖਰਚੇ ਆਪ ਹੀ ਖਰਚਾ ਕਰਕੇ ਉਹ ਫ੍ਰੀडम ਲੈਣੀ ਹੈ। ਇਹ ਤਾਂ ਉਹੀ ਗੱਲ ਹੋ ਗਈ, ਤੁਸੀਂ ਬੋਲਣ ਦੀ ਆਜ਼ਾਦੀ ਹੈਗੀ ਤੁਹਾਡੇ ਕੋਲ, ਪਰ ਤੁਹਾਨੂੰ ਬੋਲਣ ਦੀ ਆਜ਼ਾਦੀ ਲਈ ਤੁਹਾਨੂੰ ਪਰਮਿਸ਼ਨਾਂ ਲੈਣ ਲਈ ਤੁਹਾਨੂੰ ਖਰਚਾ ਕਰਨਾ ਪੈਣਾ। ਇਹ ਤਾਂ ਉਹੀ ਗੱਲ ਹੋ ਗਈ ਨਾ ਇੱਕ ਤਰ੍ਹਾਂ, ਹੈ ਨਾ। ਪਰ ਜਿਹੜੀ ਫ੍ਰੀडम, ਇਹੋ ਜਿਹੀ ਫ੍ਰੀडम ਚਾਹੀਦੀ ਨਹੀਂ ਹੈ ਜਿਹਦੇ ਕਰਕੇ ਸਾਡੇ 'ਤੇ ਬੋਝ ਆਏ ਉਲਟਾ ਫ੍ਰੀडम ਲੈਣ ਲਈ, ਹੈ ਨਾ। ਤੇ ਇਸ ਕਰਕੇ ਇੱਥੇ ਕਿਸਾਨ ਇੱਥੇ ਹੀ ਵਿਰੋਧ ਕਰ ਰਹੇ ਆ। ਤੇ ਇਹਦੇ ਵਿੱਚ ਹੀ ਇੱਕ ਹੋਰ ਜਦ ਇਹਨਾਂ ਨੇ ਟ੍ਰੇਡ ਐਂਡ ਕਾਮਰਸ ਨੂੰ ਐਕਟਿਵਿਸਟ ਡਿਫਾਈਨ ਕਰ ਰਹੇ ਆ ਸੈਕਸ਼ਨ 4 ਦੇ ਵਿੱਚ, ਹੈ ਨਾ, ਧਾਰਾ 4 ਦੇ ਵਿੱਚ, ਤਾਂ ਉਹ 'ਚ ਇਹ ਕਿਹਾ ਗਿਆ ਹੈ ਕਿ ਜਿਹੜੇ ਸੈਂਟਰਲ ਗਵਰਨਮੈਂਟ ਹੈ ਉਹਦੀ ਮਰਜ਼ੀ ਹੋਏਗੀ ਆਪਣੀ, ਇਫ ਇਟ ਇਜ਼ ਆਫ ਦਾ ਓਪੀਨੀਅਨ, ਮਤਲਬ ਉਹਦੀ ਆਪਣੀ ਇੱਕ ਮਰਜ਼ੀ ਹੋਏਗੀ ਕਿ ਉਹਨਾਂ ਨੂੰ ਆਪਣਾ ਮੋਡ ਆਫ ਪੇਮੈਂਟ, ਮਤਲਬ ਇੱਕ ਕਿਸਾਨ ਹੈ, ਮੰਨ ਲਓ ਉਹਨਾਂ ਨੇ ਵੇਚਿਆ ਕਾਰਪੋਰੇਟ ਘਰਾਣੇ ਵਾਲੇ ਨੂੰ, ਹੈ ਨਾ। ਹੁਣ ਉਹ ਕਾਰਪੋਰੇਟ ਵਾਲਾ ਉਹਨੂੰ ਕਿੱਦਾਂ ਪੇਮੈਂਟ ਕਰੂਗਾ, ਹੈ ਨਾ। ਇਹਦੇ ਵਿੱਚ ਕੋਈ ਆਨਲਾਈਨ ਕਰੇਗਾ, ਕੈਸ਼ ਦੇਗਾ, ਚੈੱਕ ਦੇਗਾ, ਕੋਈ ਹੋਰ ਬੈਂਕ ਡਰਾਫਟ ਵਗੈਰਾ ਕੁਛ ਨਹੀਂ ਦੱਸਿਆ ਗਿਆ। ਸਿਰਫ ਇਹ ਕਿਹਾ ਕਿ ਮੋਡ ਆਫ ਪੇਮੈਂਟ ਨੂੰ ਸਰਕਾਰ ਦੀ ਜੇ ਮਰਜ਼ੀ ਹੋਏਗੀ ਉਹ ਅਫੀਸ਼ੀਅਲ ਗਜਟ ਜਿਹੜਾ ਹੈਗਾ ਭਾਰਤ ਦਾ ਜਿਹੜਾ ਰਾਜ ਪੱਤਰ ਹੈ ਉਹਦੇ ਵਿੱਚ ਦੱਸ ਦੇਗੀ, ਹੈ ਨਾ। ਹੁਣ ਸਰਕਾਰ ਦੀ ਮਰਜ਼ੀ ਕਦ ਹੋਊਗੀ ਇਹ ਦੱਸੋ ਮੈਨੂੰ ਕੀ ਦੱਸੋ, ਤਾਂ ਕਿਸਾਨਾਂ ਨੂੰ ਦੱਸੋ ਜਾ ਕੇ ਨਾ, ਸਰਕਾਰ ਦੀ ਮਰਜ਼ੀ ਕਦ ਹੋਊਗੀ, ਕੱਲ ਹੋਊਗੀ, ਪਰਸੋਂ ਹੋਊਗੀ, ਹੈ ਨਾ। ਤੇ ਉਹ ਕਿਸਾਨ ਤਾਂ ਲਟਕ ਗਿਆ ਹੁਣ ਫਿਰ, ਤਾਂ ਇਹ ਇਹਦੇ ਵਿੱਚ ਇੱਕ ਪ੍ਰੋਬਲਮ ਹੈ। ਆਪਣੀ ਪੇਮੈਂਟ ਵਾਸਤੇ ਉਹਨੂੰ ਡਿੱਕਣਾ ਹੀ ਪਏਗਾ। ਮੰਨ ਲਓ ਫਸਲ ਵਿਕ ਗਈ ਹੈ, ਉਹਦੀ ਕਾਰਪੋਰੇਟ ਲੈ ਗਈ ਹੈ, ਪੇਮੈਂਟ ਕਰ ਦੇਣੀ, ਮਹੀਨੇ ਬਾਅਦ ਚੈੱਕ ਦੇਣਾ ਜਾਂ, ਹੈ ਨਾ, ਉਹ ਵੀ। ਹਾਂ ਚਲੋ ਮੰਨ ਲਓ ਕਾਰਪੋਰੇਟ ਬਹੁਤ ਇਮਾਨਦਾਰ ਹੈ, ਆਨਲਾਈਨ ਪੇਮੈਂਟ ਕਰਦੇ। ਹੁਣ ਕਿਸਾਨ ਨੂੰ ਇੱਥੇ ਕੋਈ ਮੋਡ ਆਫ ਪੇਮੈਂਟ ਨਹੀਂ ਦੱਸਿਆ, ਹੈ ਨਾ, ਜਿਹੜੇ ਕਿਸਾਨ ਦੇ ਹੱਕ ਵਿੱਚ ਹੋਏ, ਹੈ ਨਾ। ਤੇ ਮੋਡ ਆਫ ਪੇਮੈਂਟ ਨਹੀਂ ਦੱਸਿਆ ਕਿ ਕਿੱਦਾਂ ਦੇਣਾ ਹੈ ਨਾ। ਹੁਣ ਉਹਦੇ ਵੱਲੋਂ ਆਰਗੂਮੈਂਟ ਆ ਸਕਦਾ, ਕਾਰਪੋਰੇਟ ਕੋਲ ਤਾਂ ਬਹੁਤ ਵੱਡੀ ਲੀਗਲ ਟੀਮ ਹੈ ਕਿ ਸਾਨੂੰ ਤਾਂ ਮੋਡ ਆਫ ਪੇਮੈਂਟ ਹੀ ਨਹੀਂ ਪਤਾ, ਪਹਿਲੇ ਸਰਕਾਰ ਕੋਲ ਜਾਂ ਜਿਹੜੀ ਅਥਾਰਟੀ ਹੈ ਸਰਕਾਰ ਦੀ ਉਹ ਤੋਂ ਪੁੱਛ ਕੇ ਆਓ ਕਿ ਕਿੱਥੋਂ ਪੇਮੈਂਟ ਦੇਣੀ ਹੈ, ਕਿੱਦਾਂ ਦੇਣੀ ਹੈ ਨਾ। ਉਹ ਇਹਦੇ ਵਿੱਚ ਕੋਈ ਡਿਫਾਈਨ ਨਹੀਂ ਕੀਤਾ ਗਿਆ। ਜੇ ਇੱਥੇ ਆਪਾਂ ਅੱਗੇ ਗੱਲ ਕਰੀਏ, ਇੱਦਾਂ ਇੱਕ ਮਰਜ਼ੀ ਵਾਲੀ ਹੋਰ ਗੱਲ ਇਹਨਾਂ ਨੇ ਪਾਤੀ ਹੈ ਵਿੱਚ, ਇਹ ਸੈਕਸ਼ਨ 5 ਦੇ ਵਿੱਚ ਹੈ। ਪਿਛਲੀ ਮਰਜ਼ੀ ਵਾਲੀ ਗੱਲ ਸੈਕਸ਼ਨ 4 ਦੇ ਵਿੱਚ ਸੀ, ਸੈਕਸ਼ਨ 5 ਦੇ ਵਿੱਚ ਹੈ ਕਿ ਆਪਣੀ ਇਹਨਾਂ ਦੀ ਮਰਜ਼ੀ ਹੋਏਗੀ ਇਫ ਸੈਂਟਰਲ ਗਵਰਨਮੈਂਟ ਇਜ਼ ਆਫ ਦਾ ਓਪੀਨੀਅਨ, ਹੈ ਨਾ, ਕਿ ਉਹ ਮੋਡੈਲਿਟੀਜ਼ ਆਫ ਜਿਹੜੀ ਟ੍ਰੇਡ ਟ੍ਰਾਂਜੈਕਸ਼ਨ ਹੈ ਉਹਦੇ ਤੌਰ ਤਰੀਕੇ, ਹੈ ਨਾ, ਚਾਹੇ ਉਹ ਆਨਲਾਈਨ ਜੋ ਹੋਏ ਜਾਂ ਜੋ ਵੀ ਹੈ, ਉਹਦੇ ਜਿਹੜੇ ਪਲੇਟਫਾਰਮ ਕੋਈ ਵੀ ਹੈ ਨਾ, ਆਨਲਾਈਨ ਹੋਏ ਜੋ ਵੀ ਹੈ, ਤੇ ਉਹਦੇ ਤੌਰ ਤਰੀਕੇ ਜਿਹੜੇ ਹੈ ਉਹ ਸਰਕਾਰ ਆਪਣੀ ਮਰਜ਼ੀ ਹੋਊਗੀ ਤਾਂ ਦੱਸੂਗੀ, ਹੈ ਨਾ। ਕੋਈ ਰੂਲ ਤਾਂ ਰੈਗੂਲੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ, ਹੈ ਨਾ। ਹੁਣ ਅਸੀਂ ਬੋਲਣ ਦੀ ਆਜ਼ਾਦੀ ਦੀ ਗੱਲ ਕਰੀਏ, ਉਹਦੇ ਉੱਪਰ ਵੀ ਕਈ ਰੈਗੂਲੇਸ਼ਨ ਆਏ, ਹੈ ਨਾ। ਤੇ ਇਹਦੇ ਵਿੱਚ ਕਿਉਂ ਨਹੀਂ ਹੈ, ਰੈਗੂਲੇਸ਼ਨ ਦੀ ਕਮੀ ਬਹੁਤ ਆ ਰਹੀ ਹੈ। ਤੇ ਸਭ ਤੋਂ ਇੰਪੋਰਟੈਂਟ ਮੈਂ ਹੁਣ ਜਿਹੜਾ ਧਿਆਨ ਦਿਓ, ਧਾਰਾ 6 ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਆ ਰਹੀ ਹੈ ਕਿ ਕੋਈ ਵੀ ਮਾਰਕੀਟ ਫੀ, ਸੈਸ ਜਾਂ ਲੈਵੀ ਜੋ ਵੀ ਹੈ, ਟੈਕਸ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਅਸੀਂ, ਹੈ ਨਾ, ਉਹ ਜਿਹੜੀ ਵੀ ਕੋਈ ਵੀ ਮਾਰਕੀਟ ਟ੍ਰੇਡ ਏਰੀਆ ਹੈ, ਕੋਈ ਵੀ ਮੰਡੀ ਹੈ ਜਿਹੜੀ ਸਟੇਟ ਦੇ APMC ਮਤਲਬ ਮੰਡੀ ਕਮਿਸ਼ਨ ਵੱਲੋਂ ਰੈਗੂਲੇਟ ਨਹੀਂ ਕੀਤੀ ਜਾਂਦੀ, ਜਿਹੜੀ ਮੰਡੀ ਕਮਿਸ਼ਨ ਵੱਲੋਂ ਰੈਗੂਲੇਟ ਨਹੀਂ ਕੀਤੀ ਜਾਂਦੀ ਉਹਦੇ ਉੱਪਰ ਕੋਈ ਟੈਕਸ ਨਹੀਂ ਹੈ। ਤੇ ਜਿਹੜੀ ਮੰਡੀ ਕਮਿਸ਼ਨ ਦੇ ਉੱਪਰ ਰੈਗੂਲੇਟ ਕੀਤੀ ਜਾਂਦੀ ਉਹਦੇ ਵਿੱਚ ਟੈਕਸ ਰਹੇਗਾ। ਜਿੱਦਾਂ ਮੰਨ ਲਓ ਇਹ ਹੈਗੀ ਨਵੀਂ ਮੰਡੀ ਜਿਹੜੀ ਕਾਰਪੋਰੇਟ ਵਾਲੀ ਹੈ, ਤੇ ਇਹ ਹੈਗੀ ਪੁਰਾਣੀ ਮੰਡੀ, ਹੈ ਨਾ। ਇਹਦੇ ਵਿੱਚ ਟੈਕਸ ਲੱਗਿਆ ਹੋਇਆ ਜਿਹੜੀ ਮੰਡੀ ਕਮਿਸ਼ਨ ਦੀ ਹੈ, ਤੇ ਇਹਦੇ ਵਿੱਚ ਟੈਕਸ ਨਹੀਂ ਲੱਗਿਆ। ਪਹਿਲੀ ਗੱਲ ਤਾਂ ਇਹ 'ਚ ਇਕੁਆਲਿਟੀ ਹੈ ਨਹੀਂ, ਜਿਹੜੀ ਇਕੁਆਲਿਟੀ ਕਹਿੰਦੇ ਸਾਡੇ ਸੰਵਿਧਾਨ ਵਿੱਚ ਸਭ ਤੋਂ ਵੱਡਾ ਲੋਕਤੰਤਰ ਭਾਰਤ, ਉਹਦੇ ਵਿੱਚ ਇਕੁਆਲਿਟੀ ਦੀ ਗੱਲ ਆ ਰਹੀ ਹੈ, ਤਾਂ ਹਾਂ ਇਕੁਆਲਿਟੀ ਨਹੀਂ ਹੈ। ਕਿਸਾਨ ਨੂੰ ਕਿਆ ਨੁਕਸਾਨ ਹੋ, ਜਿਹੜਾ ਕਿਸਾਨ ਚਾਹੁੰਦਾ ਹੈ ਕਿ ਮੈਨੂੰ ਮੰਡੀ ਕਮਿਸ਼ਨ ਵੱਲੋਂ ਰੈਗੂਲੇਸ਼ਨ ਦੀ ਫਾਇਦਾ ਮਿਲੇ, MSP ਮਿਲੇ, ਜਿਹੜੀ ਪੁਰਾਣੀ ਮੰਡੀਆਂ ਹੈ ਉਹਦੇ ਵਿੱਚ MSP ਦੀ ਜਿਹੜੀ ਪ੍ਰਾਵਧਾਨ ਹੈਗਾ ਹੈ ਉਹਦੇ ਵਿੱਚ, ਹੈ ਨਾ। ਮੰਡੀ ਕਮਿਸ਼ਨ ਦੀ ਰੈਗੂਲੇਸ਼ਨ ਹੈ, ਕੋਈ ਵੀ ਗੜਬੜ ਹੋਏ ਮੰਡੀ ਕਮਿਸ਼ਨ ਜਿਹੜੀ ਹੈਗੀ ਉਹਨਾਂ ਵਿੱਚ ਜਾ ਕੇ ਅਪੀਲ ਕਰ ਸਕਦਾ। ਤਾਂ ਇਹ ਜਿਹੜੀ ਹੈ ਰੈਗੂਲੇਸ਼ਨ ਨਹੀਂ ਹੈ, ਨਾ MSP ਮਿਲੂਗੀ ਕਿਉਂਕਿ ਉਹ ਮੰਡੀ ਖਤਮ ਹੋ ਗਈ। ਇੱਕ ਪਾਸੇ ਆਹ ਜਿਹੜੀ ਪੁਰਾਣੀ ਮੰਡੀ ਹੈ ਜਿਹਦੇ ਵਿੱਚ ਕਿਸਾਨ ਜਿਹਨੂੰ ਪਸੰਦ ਕਰਦਾ ਸੀਗਾ, ਹੈ ਨਾ, ਉਹ ਖਤਮ, ਤੇ ਸਿਰਫ ਕਾਰਪੋਰੇਟ ਵਾਲੀ ਮੰਡੀ ਰਹਿ ਜਾਊਗੀ,
ਹੈ ਨਾ, ਕਿਉਂਕਿ ਇੱਥੇ ਕੋਈ ਟੈਕਸ ਨਹੀਂ ਹੈ ਨਾ। ਤੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਉਹ ਜਦੋਂ ਕਿਸਾਨ ਜਿਹੜੇ ਇਹਨਾਂ ਨੇ ਤਾਂ ਇਹੀ ਕਿਹਾ ਸੀਗਾ ਕਿ ਇਹ ਸਾਡੀ ਤੁਹਾਡੀ ਪੁਰਾਣੀ ਮੰਡੀ ਵੀ ਰਹੇਗੀ, ਅਸੀਂ ਨਵੀਂ ਬਣਾ ਕੇ ਦੇ ਰਹੇ ਹਾਂ ਇੱਕ। 3 ਨਵੇਂ ਕਾਨੂੰਨ ਜਿਹੜੇ ਬਣੇ ਆ ਕਿਸਾਨੀ, ਇਹਦੇ ਵਿੱਚ ਤੁਸੀਂ ਇਹ ਵੀ ਪਾਇਆ ਕਿ ਕਿਤੇ ਲਿਖਿਆ ਹੈ MSP ਵਰਡ ਕਿਤੇ ਲਿਖਿਆ ਪਾਇਆ ਗਿਆ ਇਹਦੇ ਵਿੱਚ? MSP ਲਿਖਿਆ ਨਹੀਂ ਨਾ, ਉਹੀ ਤਾਂ ਉਹ ਬੋਲ ਰਹੇ ਹੈ ਨਾ। ਇੱਕ ਮੈਨੂੰ ਨਾਮ ਭੁੱਲ ਗਿਆ, ਇੱਕ ਕਮਿਸ਼ਨ ਹੈ ਐਗਰੀਕਲਚਰ ਪ੍ਰਾਈਸਿਸ ਨੂੰ ਜਿਹੜੀ ਰੈਗੂਲੇਟ ਕਰਦੀ ਹੈ, ਉਹ MSP ਨੂੰ ਕਰ ਰਹੀ ਹੈ। ਹੁਣ ਗੱਲ ਇੱਥੇ ਇਹ ਆ ਰਹੀ ਹੈ ਕਿ ਉਹ ਮੰਡੀ ਕਮਿਸ਼ਨ ਤਾਂ ਹੈਗੀ ਹੈ, ਪਹਿਲੇ ਜਿਹੜੀ ਪੁਰਾਣੀ ਮੰਡੀਆਂ ਹੈ, ਮੈਂ ਈਜ਼ੀਲੀ ਦੱਸਦਾ ਥੋੜ੍ਹਾ ਜਿਹਾ, ਜਿਹੜੀ ਪੁਰਾਣੀ ਮੰਡੀਆਂ ਹੈ ਉਹਦੇ ਵਿੱਚ ਤਾਂ MSP ਆਲਰੇਡੀ ਹੈਗੀ ਹੈ। ਜਦ ਉਹ ਟੈਕਸ ਉੱਥੇ ਲੱਗਿਆ ਹੈ, ਇੱਕ ਪਾਸੇ ਨਹੀਂ ਲੱਗਿਆ ਹੈ, ਕਾਰਪੋਰੇਟ ਵਾਲੇ ਟੈਕਸ ਨਹੀਂ ਲੱਗਿਆ, ਪੁਰਾਣੇ 'ਤੇ ਲੱਗਿਆ ਹੋਇਆ, ਤਾਂ ਪੁਰਾਣੀ ਤਾਂ ਆਰਾਮ ਨਾਲ ਖਤਮ ਹੋ ਜਾਏਗੀ, ਹੈ ਨਾ। ਇਹਨਾਂ ਤਾਂ ਇਹੀ ਕਿਹਾ ਸੀ ਕਿ ਦੋਨੋਂ ਮੰਡੀਆਂ ਰਹਿਣਗੇ, ਤੁਸੀਂ ਜਿੱਥੇ ਮਰਜ਼ੀ ਵੇਚੋ, ਹੈ ਨਾ। ਹੁਣ ਇਨਡਾਇਰੈਕਟਲੀ ਤਾਂ ਇਹ ਖਤਮ ਕਰਨਾ ਚਾਹੁੰਦੇ ਹੀ ਹੈ, ਇਨਡਾਇਰੈਕਟਲੀ ਤਾਂ ਖਤਮ ਹੋ ਗਈ ਨਾ ਉਹ, ਡਾਇਰੈਕਟਲੀ ਇੱਥੇ ਨਾਲ ਲਿਖਿਆ ਹੋਇਆ। ਕਿਸਾਨ ਕੀ ਚਾਹੁੰਦੇ ਨੇ, ਜੋ ਕੀ ਹੋਣਾ ਚਾਹੀਦਾ, ਮੰਡੀ ਹੋਣੀ ਹਾਂ, ਕਿਸਾਨ ਕਹਿੰਦੇ ਕਿ ਪੁਰਾਣੀ ਮੰਡੀ ਹੋਣੀ ਚਾਹੀਦੀ ਹੈ, ਪਰ ਇਨਡਾਇਰੈਕਟਲੀ ਖਤਮ ਹੋ ਰਹੀ, ਕਿਉਂਕਿ ਦੂਜੇ ਪਾਸੇ ਕਾਰਪੋਰੇਟ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਏਗਾ, ਪੁਰਾਣਿਆਂ ਨੂੰ ਟੈਕਸ ਲੱਗਿਆ ਹੋਇਆ, ਹੈ ਨਾ। ਪੁਰਾਣਿਆਂ ਦਾ ਆਰਾਮ ਨਾਲ ਖਤਮ ਹੋਏਗੀ, ਜਿਹੜੀ ਚੀਜ਼ ਤੇ ਟੈਕਸ ਲੱਗਿਆ ਉਹ ਮਹਿੰਗੀ ਹੋਏਗੀ ਤੇ ਖਤਮ ਹੋਏਗੀ, ਕੋਈ ਖਰੀਦੇਗਾ। ਕੇਂਦਰ ਸਰਕਾਰ ਕਹ ਰਹੀ ਹੈ ਕਿਸਾਨ ਇਹਨਾਂ ਗੱਲਾਂ ਨੂੰ ਸਮਝ ਨਹੀਂ ਰਹੇ, ਤੁਹਾਨੂੰ ਕੀ ਲੱਗਦਾ ਹੈ ਕਿਉਂ ਨਹੀਂ ਸਮਝ ਰਹੇ? ਸਰਕਾਰ ਇਸ ਲਈ ਕਹਿ ਰਹੀ ਹੈ ਕਿਉਂਕਿ ਸ਼ਾਇਦ ਇਹਦੇ ਵਿੱਚ ਤਾਂ ਇਹੀ ਮੰਨਿਆ ਜਾ ਰਿਹਾ ਕਿ ਉਹ ਫੇਵਰ ਕਰਨਾ ਚਾਹੁੰਦੀ ਹੈ ਕਿਸੇ ਨੂੰ। ਜੇ ਪੁਰਾਣੀ ਮੰਡੀ ਖਤਮ ਹੋਏ, ਕਿਸਾਨ ਨੂੰ ਡਾਇਰੈਕਟ ਨੁਕਸਾਨ ਨਹੀਂ ਹੈ ਕਿ ਉਹਨਾਂ ਨੂੰ ਟੈਕਸ ਦੇਣਾ ਪਏਗਾ, ਕੁਛ ਹੈ ਨਾ। ਕਿਸਾਨ ਨੂੰ ਇਹ ਨੁਕਸਾਨ ਹੈ ਕਿ ਮੰਡੀ ਖਤਮ ਹੋ ਜਾਏਗੀ ਪੁਰਾਣੀ ਵਾਲੀ, ਉਹਨਾਂ ਇੱਕ MSP ਨਹੀਂ ਮਿਲੇਗੀ ਉਹਨਾਂ ਨੂੰ, ਹੈ ਨਾ, ਜਿਹੜਾ ਉਹ ਹੈ। ਤੇ ਦੂਜੀ APMC ਜਿਹੜੀ ਰੈਗੂਲੇਸ਼ਨ ਹੈਗੀ ਹੈ ਕਿ ਉਹਨਾਂ ਕੋਲ ਜਾ ਕੇ ਕੋਈ ਵੀ ਡਿਸਪਿਊਟ ਹੈ ਮੰਡੀ ਕਮਿਸ਼ਨ ਕੋਲ ਜਾ ਕੇ ਜਾ ਸਕਦੇ, ਜਾਂ ਕੋਈ ਵੀ ਰੈਗੂਲੇਸ਼ਨ ਹੈ ਨਾ, ਜਦੋਂ ਜੋ ਵੀ ਰੈਗੂਲੇਸ਼ਨ ਹੈਗੀ ਹੈ ਉਹ ਉਹਨਾਂ ਨੂੰ ਬੈਨੀਫਿਟ ਨਹੀਂ ਮਿਲੇਗਾ ਉਸ ਚੀਜ਼ ਦਾ, ਇਹ ਗੱਲ ਕਹਿ ਰਿਹਾ। ਪੰਜਾਬ ਦਾ ਇੱਕ ਹੋਰ ਨੁਕਸਾਨ ਹੋਣਾ ਜਿਹੜਾ ਇਕਨੋਮੀ ਦਾ, ਕਿ 3500 ਕਰੋੜ ਰੁਪਇਆ ਕੱਲਾ ਪੰਜਾਬ ਨੂੰ ਨੁਕਸਾਨ ਹੋਏਗਾ ਕਿ ਕੋਈ ਟੈਕਸ ਉੱਤੇ ਲੱਗੇਗਾ ਨਹੀਂ। ਇਹ ਨਵੇਂ ਕਾਰਪੋਰੇਟਸ ਵਾਲੇ ਹੈ ਨਾ, ਤੇ ਉਹ ਕੁਝ ਵੀ ਵੇਚੂਗੇ ਤੇ ਉੱਤੇ ਕੋਈ ਟੈਕਸ ਦੇਗਾ ਨਹੀਂ, ਤੇ ਨਾ ਖੁਦ ਇਨਡਾਇਰੈਕਟ ਟੈਕਸ ਦੇਣਗੇ, ਨਾ ਡਾਇਰੈਕਟ ਟੈਕਸ ਜਾਏਗਾ, ਤਾਂ ਸਿੱਧਾ ਪੰਜਾਬ ਨੂੰ 3500 ਕਰੋੜ ਰੁਪਏ ਦਾ ਐਸਟੀਮੇਟਡ ਨੁਕਸਾਨ ਹੋਏਗਾ। ਸੋਸ਼ਲ ਮੀਡੀਆ ਦੇਖ ਰਹੇ ਹੈ, ਉਹ 'ਚ ਇੱਕ ਮੈਂ ਫੋਟੋ ਦੇਖੀ, 2 ਛੱਲੀਆਂ 63 ਰੁਪਏ ਦੀ ਮਿਲੀਆਂ ਸੀਗੀਆਂ। ਜੇ ਅਸੀਂ ਉੱਦਾਂ ਹੁਣ ਜਾ ਕੇ ਮੰਡੀਆਂ ਜਾ ਕੇ ਦੇਖੀਏ, ਕੁਛ ਜਿਹੜੇ ਕਿਸਾਨ ਜਾਂ ਕੋਈ ਉਹਨਾਂ ਦਾ ਲੇਬਰ ਉਹਨਾਂ ਵੱਲੋਂ ਹਾਇਰ ਕੀਤੀ ਗਈ ਹੈ, ਉਹ ਡਾਇਰੈਕਟ ਵੇਚ ਰਹੇ ਹੈ, ਉਹ 5-10 ਰੁਪਏ ਦੇ ਛੱਲੀ ਆਰਾਮ ਨਾਲ ਦੇ ਰਹੇ ਹੈ ਉਹ। ਹੁਣ ਇੱਕ ਹੋਰ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿ ਕਿਸਾਨ ਨੂੰ ਹੀ ਸਿਰਫ ਇਹਦੇ ਵਿੱਚ, ਕਿਸਾਨ ਤਾਂ ਵੇਚ ਦੂਗਾ ਕਾਰਪੋਰੇਟ ਵਾਲਿਆਂ ਨੂੰ, ਉਹਨੂੰ ਨੁਕਸਾਨ ਹੋ ਗਿਆ, ਚਲੋ ਅੱਗੇ ਜੇ ਕਾਰਪੋਰੇਟ ਵਾਲੇ ਨੇ ਆਪਣੇ ਮਾਲਾਂ ਦੇ ਵਿੱਚ ਜੇ ਵੇਅਰ ਹਾਊਸ 'ਚ ਰੱਖ ਕੇ ਜਿਹੜੇ ਅੱਗੇ ਵੇਚਣੇ ਹੈ ਨਾ, ਉਹਦੇ ਵਿੱਚ ਕਸਟਮਰ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋ ਰਿਹਾ ਕਿ ਉਹਨਾਂ ਨੂੰ ਜਿਹੜਾ 10 ਗੁਣਾ ਰੇਟ ਤੇ ਵੀ ਵੇਚਿਆ ਜਾ ਸਕਦਾ ਹੈ। ਇਹ 'ਚ ਕੋਈ ਰੈਗੂਲੇਸ਼ਨ ਨਹੀਂ ਹੈਗੀ ਕਿ ਕਾਰਪੋਰੇਟ ਵਾਲੇ ਕਿੰਨਾ ਰੇਟ ਰੱਖ ਸਕਦੇ ਆ, ਕਿੰਨਾ ਹੈ। ਜੇ ਇੱਕ ਮੰਡੀ ਤੱਕ ਵੈਸੇ ਤੁਹਾਨੂੰ ਦੱਸਤਾ ਪਹਿਲੇ ਹੀ ਕਿ ਉਹ ਖਤਮ ਹੋ ਜਾਏਗੀ, ਤੇ ਦੂਜੇ ਪਾਸੇ ਉਹਨਾਂ ਕੋਈ ਰੈਗੂਲੇਸ਼ਨ ਨਹੀਂ ਹੈ ਕਾਰਪੋਰੇਟ ਦੀ, ਉਹ ਆਰਾਮ ਨਾਲ ਕਿਸੇ ਵੀ ਰੇਟ ਤੇ ਕਸਟਮਰ ਨੂੰ ਵੇਚ ਸਕਦੇ, ਤੇ ਕਸਟਮਰ ਮਹਿੰਗੀ ਚੀਜ਼ ਤੇ ਹੀ ਖਰੀਦੇਗਾ, ਹੈ ਨਾ। ਉਹਨੂੰ ਖਰੀਦਣੀ ਹੀ ਪਏਗੀ ਕਿਉਂਕਿ ਸਭ ਕੁਝ ਖਤਮ ਹੋ ਚੁੱਕਾ, ਸਿਰਫ ਕਾਰਪੋਰੇਟ ਇੱਥੇ ਰਾਜ ਚੱਲ ਰਿਹਾ ਹੈ। ਤੇ ਇਹ ਸਰਕਾਰ ਦਾ ਮੋਟਿਵ ਵਿੱਚੋਂ ਸਮਝ ਆ ਰਿਹਾ ਹੈ, ਜਾਂ ਕੋਈ ਇਹੋ ਜਿਹੀ ਤਾਕਤ ਹੈ ਕਿ ਜਿਹੜਾ ਸਰਕਾਰ ਤੋਂ ਇਹ ਕਰਾਉਣਾ ਚਾਹ ਰਹੀ ਹੈ। ਸੈਕਸ਼ਨ 8 ਦੇ ਵਿੱਚ ਦੱਸਿਆ ਗਿਆ, ਧਾਰਾ 8 ਦੇ ਵਿੱਚ, ਕਿ ਕਿਸਾਨ ਸਿਰਫ ਔਰ ਸਿਰਫ ਸਬ ਡਿਵੀਜ਼ਨਲ ਮੈਜਿਸਟ੍ਰੇਟ, ਸਾਫ਼ ਲਿਖਿਆ ਗਿਆ ਇੱਥੇ ਕਿ ਸਿਰਫ ਕਿਸਾਨ SDM ਤੱਕ ਹੀ ਜਾ ਸਕਦਾ ਹੈ। ਪਹਿਲੀ ਗੱਲ ਤਾਂ ਕਿਸਾਨ SDM ਤੱਕ ਪਹੁੰਚ ਹੀ ਨਹੀਂ ਪਾਏਗਾ, ਕਿਉਂਕਿ ਉਹ ਪਿੰਡਾਂ ਵਿੱਚ ਰਹਿ ਰਿਹਾ, ਕਈ ਜਗ੍ਹਾ ਤੇ ਪਿੰਡ ਬਹੁਤ ਦੂਰ ਹੁੰਦੇ ਤਹਿਸੀਲ ਤੋਂ, ਤੇ ਤਹਿਸੀਲ ਕੋਲ ਪਹੁੰਚ ਨਹੀਂ ਪਾਏਗਾ। ਤਾਂ ਜੇ ਪਹੁੰਚ ਵੀ ਗਿਆ ਮੰਨ ਲਓ ਕਿਸੇ ਵੀ ਤਰੀਕੇ ਨਾਲ, ਤੇ ਉਹ SDM ਜਿਹੜੀ ਹੁੰਦੇ ਹੈ ਉਹ ਵੈਸੇ ਹੀ ਓਵਰਬਰਡਨ ਹੁੰਦੇ, ਪਹਿਲੇ ਹੀ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਦਾ ਉਹਨਾਂ 'ਤੇ ਬਹੁਤ ਜ਼ਿਆਦਾ ਬਰਡਨ ਹੁੰਦਾ ਹੈ, ਪੋਲੀਟੀਕਲ ਬਰਡਨ ਵੀ ਕਈ ਵਾਰ ਆ ਜਾਂਦਾ ਹੈ ਉਹਨਾਂ 'ਤੇ। ਤੇ ਇਹਦੇ ਵਿੱਚ ਕਿਆ ਹੋਏਗਾ, ਇੱਕ ਤਾਂ ਰਿਪਰੈਜ਼ੈਂਟੇਸ਼ਨ ਨਹੀਂ ਮਿਲੇਗੀ। ਕਿਆ ਹੁੰਦਾ ਕਿ ਅਸੀਂ ਆਮ ਜਦ ਆਪਸ 'ਚ ਕੋਈ ਸਾਡੇ ਵਿਵਾਦ ਹੋ ਜਾਂਦਾ ਹੈ ਕਿਸੇ ਵੀ ਸਰਕਾਰੀ ਅਥਾਰਟੀ ਨਾਲ, ਜਾਂ ਕਿਸੇ ਵੀ ਕੰਪਨੀ ਨਾਲ, ਜਾਂ ਕਿਸੇ ਆਮ ਬੰਦੇ ਨਾਲ ਵੀ, ਅਸੀਂ ਜਾਂਦੇ ਕੋਰਟ, ਅਸੀਂ ਜਾਂਦੇ ਜੁਡੀਸ਼ਰੀ ਕੋਲ, ਹੈ ਨਾ, ਉੱਥੇ ਨਿਆਂਪਾਲਿਕਾ ਕੋਲ ਜਾਂਦੇ ਆ, ਉੱਥੇ ਨਿਆਂਧੀਸ਼ ਹੁੰਦਾ ਹੈ ਬੰਦਾ, ਜੱਜ ਬੈਠਾ ਹੁੰਦਾ ਹੈ, ਉਹ ਦੋਨੋਂ ਵਕੀਲਾਂ ਦੇ ਆਰਗੂਮੈਂਟਸ ਹੁੰਦਾ ਹੈ, ਜੋ ਕਨਕਲੂਜਨ ਡਰਾ ਕਰਦਾ ਹੈ, ਫਿਰ ਜਾ ਕੇ ਉਹਨਾਂ ਇੱਥੇ ਜਜਮੈਂਟ ਪਾਸ ਹੁੰਦੀ ਹੈ। ਉਹ ਰਿਪਰੈਜ਼ੈਂਟ ਉੱਥੇ ਆਰਾਮ ਨਾਲ ਹੋ ਜਾਂਦੇ, ਦੋਨੋਂ ਪਾਰਟੀਆਂ ਦੇ ਜਿਹੜੇ ਹੈ ਇੰਟਰਸਟ ਜਿਹੜੇ ਰਿਪਰੈਜ਼ੈਂਟ ਹੋ ਜਾਂਦੇ, ਪਰ ਇਹਦੇ ਵਿੱਚ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈ। ਆਪਸ 'ਚ ਗੱਲਬਾਤ ਕਰਕੇ SDM ਕੋਲ ਜਾ ਕੇ ਉਹ ਕਰੇਗੀ। ਜੇ SDM ਮੰਨ ਲਓ ਨਾ ਵੀ ਕਰ ਪਾਇਆ, ਤੇ ਉਸ ਤੋਂ ਬਾਅਦ ਅੱਗੇ ਜ਼ਿਆਦਾ ਤੋਂ ਜ਼ਿਆਦਾ ਉਹ ਬੋਰਡ ਕਨਸਟੀਟਿਊਟ ਕਰਕੇ ਉਹਦੇ ਵਿੱਚ DC ਕੋ ਜਾਊਗੀ, DC ਕੋਲ ਹੀ ਨਾ ਹੋ ਪਾਏ ਜੁਆਇੰਟ ਸੈਕਟਰੀ ਸਰਕਾਰ ਕੋਲ ਜਾਏਗੀ, ਮਤਲਬ ਜਾਏਗੀ ਸਾਰੀ ਸਰਕਾਰ ਦੀ ਹੀ ਲਾਈਨ ਵਿੱਚ। ਸਰਕਾਰ ਕਹਿ ਰਹੀ ਹੈ ਕਿ SDM ਜਾਂ DC ਲੈਵਲ ਤੱਕ ਜੋ ਕਿਸਾਨਾਂ ਦੀ ਸੁਣਵਾਈ ਰੱਖੀ ਗਈ, ਇਸ ਕਰਕੇ ਰੱਖੀ ਗਈ ਹੈ ਕਿਉਂਕਿ ਜੋ ਕੋਰਟਾਂ ਨੇ, ਅਦਾਲਤਾਂ ਨੇ, ਉਹਨਾਂ ਦੇ ਵਿੱਚ ਕਾਫੀ ਲੰਬੇ ਕੇਸ ਚਲੇ ਜਾਂਦੇ ਨੇ, ਇੱਥੇ ਕਿਸਾਨਾਂ ਦਾ ਜਲਦੀ ਨਿਪਟਾਰਾ ਹੋ ਜਾਏਗਾ। ਤੁਹਾਨੂੰ ਕੀ ਲੱਗਦਾ ਹੈ? ਮੈਂ ਤੁਹਾਨੂੰ ਇਹਦਾ ਪਹਿਲੇ ਹੀ ਤੁਹਾਨੂੰ ਇਹਦੇ ਵਿੱਚ ਦੱਸਿਆ ਕਿ SDM ਤੁਸੀਂ ਦੇਖੋਗੇ
ਹੈ ਨਾ, ਜਿਹੜੀ ਇੱਥੇ ਮੰਨ ਲਓ ਆਪਣੇ ਸ਼ਹਿਰ ਨੰਗਲ ਦੀ ਹੀ ਹੈ ਜਿਹੜੀ ਐਸਡੀਐਮ, ਇਹਨਾਂ ਨੂੰ ਰੋਜ਼ ਹੀ ਐਡਮਿਨਿਸਟ੍ਰੇਸ਼ਨ ਦਾ ਇੰਨਾ ਜ਼ਿਆਦਾ ਕੰਮ ਹੁੰਦਾ ਕਿ ਉਹ ਪਹਿਲੇ ਦੇ ਹੀ ਇੰਨਾ ਬਰਡਨ ਹੁੰਦਾ ਨਾ ਤੇ ਕਿ ਉਹ ਇਸ ਨੂੰ ਫਟਾਫਟ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀ ਆਪਸ 'ਚ ਜਿਹੜੀ ਗੱਲ ਹੈ, ਉਹਨਾਂ ਦੇ ਆਪਣੇ ਆਪਣੇ ਤਰਕ ਹੈ ਜਿਹੜੇ, ਉਹਨਾਂ ਨੂੰ ਵਿੱਚ ਕੰਸੀਡਰ ਨਹੀਂ ਕੀਤਾ ਜਾਏਗਾ। ਹੁਣ ਤੁਸੀਂ ਨੰਗਲ ਦੇਖ ਲਓ, ਅੱਜ ਕੱਲ੍ਹ ਦੇਖ ਲਓ, ਐਸਡੀਐਮ ਹਰ ਜਗ੍ਹਾ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਬਹੁਤ ਕੰਮ ਹੈ। ਕਿਸੇ ਕੁਝ ਬਣ ਰਿਹਾ ਹੈ, ਕੋਈ ਖਰਾਬੀ ਪੈ ਗਈ ਹੈ, ਪਹਿਲੇ ਹੀ ਪੋਲੀਟੀਕਲ ਪਾਰਟੀਜ਼ ਅਲੱਗ-ਅਲੱਗ ਇੱਕ ਦੂਜੇ ਤੇ ਆਰੋਪ ਲਾ ਕੇ ਉਹਨਾਂ ਨੂੰ ਚਿੱਠੀਆਂ ਲਿਖਦੇ ਰਹਿੰਦੇ ਆ, ਹੈ ਨਾ, ਤੇ ਪਹਿਲੇ ਉਹ ਦੇਖਣਗੇ ਕਿ ਆਹ ਕਿਸਾਨਾਂ ਦਾ ਮਸਲਾ ਸੋਲਵ ਕਰਨਗੇ। ਐਸਡੀਐਮ ਤਾਂ ਇੱਕੋ ਹੀ ਹੈ ਨਾ, ਉਹਨਾਂ ਕੋਲ ਟੀਮ ਵੀ ਬਹੁਤੀ ਵੱਡੀ ਨਹੀਂ ਹੈਗੀ ਹੈ ਨਾ, ਟੀਮ ਦਾ ਵੀ ਆਪਣਾ ਆਪਣਾ ਕੰਮ ਹੈ। ਤੁਹਾਨੂੰ ਪਤਾ ਹੀ ਸਰਕਾਰੀ ਦਫ਼ਤਰ 'ਚੋਂ ਆਪਣਾ ਕੰਮ ਕਰਦੇ ਆ ਸਾਰੇ। ਤਾਂ ਇੱਕ ਜਿਹੜੀ ਇਹਦੇ ਵਾਸਤੇ ਜ਼ਿਆਦਾ ਇੱਕ ਅਥਾਰਟੀ ਇੱਕ ਹੋਰ ਹੋਣੀ ਚਾਹੀਦੀ ਸੀਗੀ ਕਿ ਸਿਰਫ ਇੱਦਾਂ ਮੰਡੀ ਕਮਿਸ਼ਨ ਦਾ ਪਹਿਲੇ ਹੁੰਦੀ ਸੀਗੀ ਨਾ, ਇੱਕ ਅਥਾਰਟੀ ਜੇ ਬਣਾਉਣੀ ਚਾਹੀਦੀ ਸੀਗੀ ਕਮ ਸੇ ਕਮ। ਜੇ ਕੋਰਟ ਵੀ ਨਹੀਂ ਦੇਣੇ ਮੰਨ ਲਏ, ਅਥਾਰਟੀ ਨਹੀਂ ਬਣਾਉਣੀ ਚਾਹੀਦੀ ਸੀ। ਵੈਸੇ ਵੀ ਜੁਡੀਸ਼ਰੀ ਦਾ ਸੰਵਿਧਾਨਿਕ ਤੌਰ 'ਤੇ ਦੇਖਿਆ ਜਾਏ ਤਾਂ ਇੱਕ ਸਰਕਾਰ ਦੇ ਜੁਡੀਸ਼ਰੀ ਨੂੰ ਅਲੱਗ-ਅਲੱਗ ਰੱਖਿਆ ਜਾਂਦਾ ਹੈ ਕਿ ਕੋਈ ਵੀ ਸਰਕਾਰ ਵੱਲੋਂ ਕੁਝ ਹੋਏ ਹਮੇਸ਼ਾ ਬੰਦਾ ਨਿਆਂਪਾਲਿਕਾ ਕੋਲ ਹੀ ਜਾਂਦਾ ਹੈ। ਵਿਸ਼ਵਾਸ ਕਿਹਦੇ ਉੱਤੇ ਕੀਤਾ ਜਾਂਦਾ ਹੈ, ਪ੍ਰਸ਼ਾਸਨ ਤੇ ਜਾਂ ਅਦਾਲਤਾਂ ਦਾ ਵਿਸ਼ਵਾਸ ਕਰਦੇ ਹੋ? ਮੰਨ ਲਓ ਹੁਣ ਇੱਕ ਪਾਸੇ ਇੱਕ ਏਰੀਆ ਦੇ ਲੋਕਾਂ ਦੀ, ਮੰਨ ਲਓ ਇੱਕ ਸ਼ਹਿਰ ਦੇ ਲੋਕਾਂ ਦੀ ਪ੍ਰਸ਼ਾਸਨ ਬਹੁਤ ਵਧੀਆ ਹੈ, ਉੱਤੇ ਵਿਸ਼ਵਾਸ ਕਰਨਗੇ। ਪਰ ਹਰ ਏਰੀਆ ਥੋੜ੍ਹਾ ਨਾ ਪ੍ਰਸ਼ਾਸਨ ਵਧੀਆ ਹੁੰਦਾ। ਪਰ ਜੁਡੀਸ਼ਰੀ ਜਿਹੜਾ ਹੈਗਾ ਉਹਦੇ ਉੱਪਰ ਇੱਕ ਅਥਾਰਟੀ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਜਿਹੜੇ ਵਿੱਚ ਆਉਂਦੀ ਹੈ। ਤਾਂ ਉਹ ਜੁਡੀਸ਼ਰੀ ਵਿੱਚ ਫਿਰ ਵੀ ਲੋਕਾਂ ਦਾ ਇੱਕ ਹਜੇ ਵੀ ਵਿਸ਼ਵਾਸ ਹੈਗਾ ਹੈ ਕਿ ਉਹ ਪੱਖਪਾਤ ਦੇ ਬਿਨਾਂ ਇੱਕ ਜੱਜਮੈਂਟ ਪਾਸ ਕਰ ਸਕਦੇ ਹੈ। ਅਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਆਪਣੇ ਆਪ ਨੂੰ ਅਸੀਂ ਰਿਪਰੈਜ਼ੈਂਟ ਕਰ ਸਕਦੇ, ਆਪਣੇ ਤਰਕ ਜਾ ਕੇ ਉੱਥੇ ਰੱਖ ਸਕਦੇ ਹੈ ਵਕੀਲਾਂ ਦੇ ਥਰੂ, ਅਲੱਗ-ਅਲੱਗ ਥਰੂ। ਨਾਲੇ ਵਕੀਲ ਵੀ ਪਬਲਿਕ ਪ੍ਰੋਸੀਕਿਊਟਰ ਜਿਹੜੇ ਸਰਕਾਰੀ ਮਿਲ ਜਾਂਦੇ ਹੈ, ਜੇ ਉੱਥੋਂ ਸ਼ੁਰੂਆਤ ਕਰ ਸਕਦਾ ਕਿਸਾਨ। ਸੈਕਸ਼ਨ 13 ਵਿੱਚ ਇੱਕ ਬਹੁਤ ਹੀ ਗੜਬੜ ਜੀ ਪ੍ਰੋਵੀਜ਼ਨ ਦਿੱਤੀ ਗਈ ਹੈ ਕਿ ਕੋਈ ਵੀ ਲੀਗਲ ਜਿਹੜੀ ਸੂਟ ਹੈ ਉਹਦੇ ਸਟੇਟ ਸਰਕਾਰ ਜਾਂ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਨਹੀਂ ਜਾਣਾ ਚਾਹੀਦਾ ਹੈ। ਜੇ ਸਰਕਾਰ ਨੇ ਨੇਕ ਨੀਅਤ, ਮਤਲਬ ਗੁੱਡ ਫੇਥ ਦੇ ਵਿੱਚ ਲਿਖਿਆ ਗਿਆ ਹੈ, ਗੁੱਡ ਫੇਥ ਮਤਲਬ ਨੇਕ ਨੀਅਤ ਦੇ ਵਿੱਚ, ਚੰਗੀ ਨੀਅਤ ਦੇ ਵਿੱਚ ਸਰਕਾਰ ਨੇ ਕੰਮ ਕੀਤਾ ਹੈ ਨਾ, ਉਹਦੇ ਵਿੱਚ ਚੰਗੀ ਨੀਅਤ ਸਰਕਾਰ ਨੇ ਕੰਮ ਕੀਤਾ, ਉਹਨਾਂ ਦੇ ਖਿਲਾਫ ਕੋਈ ਵੀ ਲੀਗਲ ਸੂਟ ਜਿਹੜਾ ਹੈ ਕੋਈ ਵੀ ਲੈ ਕੇ ਨਹੀਂ ਆ ਸਕਦਾ ਹੈ। ਉਹਨਾਂ ਖਿਲਾਫ ਕੋਈ ਕੇਸ ਨਹੀਂ ਕਰ ਸਕਦਾ। ਹਾਂ, ਚਾਹੇ ਸਟੇਟ ਹੋ ਚਾਹੇ ਸੈਂਟਰ ਹੋਏ। ਇਹ ਨੇਕ ਨੀਅਤ ਇਹਦੇ ਵਿੱਚ ਦੱਸੀ ਨਹੀਂ ਗਈ। ਨੇਕ ਨੀਅਤ ਕਿਆ ਹੈ? ਹੁਣ ਇਹ ਪਿੱਛੇ ਬੰਦੇ ਬੈਠੇ ਹੈ, ਇਹਨਾਂ ਨੂੰ ਪਿੱਛੇ ਧੱਕਾ ਦੇ ਦੇਵਾਂ ਜਾ ਕੇ, ਮੈਂ ਕਹਿੰਦਾ ਮੈਂ ਸਰਕਾਰ ਹੈ, ਮੈਂ ਨੇਕ ਨੀਅਤ ਹੈ ਨਾ, ਮੈਨੂੰ ਕੋਈ ਖਿਲਾਫ ਨਹੀਂ ਜਾ ਸਕਦਾ, ਹੈ ਨਾ। ਹੁਣ ਇਹ ਬੰਦਾ ਪਿੱਛੇ ਜਾ ਰਿਹਾ ਹੈ ਨਾ, ਇਹਨੂੰ ਲੱਤ ਘੜੀਸ ਕੇ ਮੈਂ ਇੱਥੇ ਸੁੱਟ ਦੇਵਾਂ ਪਿੱਛੇ, ਹੈ ਨਾ, ਇਹ ਨੇਕ ਨੀਅਤ ਹੈ। ਮੈਂ ਕਹਿ ਰਿਹਾ ਇੱਥੇ ਨੇਕ ਨੀਅਤ ਕੌਣ ਦੱਸੂਗਾ? ਕਿਆ ਹੈ ਨੇਕ ਨੀਅਤ ਕਿਸ ਬੰਦੇ ਦੀ? ਕੋਈ ਇਹਨਾਂ ਨੇ ਦੱਸਿਆ ਹੈ ਕਿ ਟ੍ਰੇਡ ਏਰੀਆ ਕਿਆ ਹੈ, ਫਾਰਮਰ ਕਿਆ ਹੈ, ਇੱਕ ਨੇਕ ਨੀਅਤ ਦੀ ਡੈਫੀਨੇਸ਼ਨ ਪਾਉਣ ਦੇ ਵਿੱਚ। ਤੇ ਇਹਦੇ ਵਿੱਚ ਇੱਕ ਲੂਪ ਹੋਲ ਰੱਖਿਆ ਗਿਆ ਹੈ, ਸਾਫ਼ ਦਿਖ ਰਿਹਾ ਇਹਦੇ ਵਿੱਚ। ਦੂਜਾ ਐਕਟ ਹੈ ਕੰਟਰੈਕਟ ਫਾਰਮਿੰਗ ਦੇ ਉੱਪਰ ਹੈ। ਇਹ ਕੰਟਰੈਕਟ ਫਾਰਮਿੰਗ ਮਾੜੀ ਚੀਜ਼ ਨਹੀਂ ਹੈ ਕੋਈ। ਕੰਟਰੈਕਟ ਫਾਰਮਿੰਗ ਜੇ ਚੰਗੀ ਤਰ੍ਹਾਂ ਇਹਦੇ ਪ੍ਰੋਵੀਜ਼ਨ ਦਿੱਤੇ ਜਾਂਦੇ ਤਾਂ ਮਾੜੀ ਚੀਜ਼ ਨਹੀਂ ਹੈ ਕੋਈ। ਇਹ ਧਾਰਾ 2 ਦੇ ਵਿੱਚ ਇਹ ਸਾਫ਼ ਦੱਸਿਆ ਗਿਆ, ਜਿੱਥੇ ਫਾਰਮਿੰਗ ਐਗਰੀਮੈਂਟ ਮਤਲਬ ਕੰਟਰੈਕਟ ਫਾਰਮਿੰਗ ਨੂੰ ਡਿਫਾਈਨ ਕੀਤਾ ਗਿਆ ਹੈ ਉਹਦੇ ਤੀਜੇ ਪੈਰੇ ਵਿੱਚ ਕਿ ਕੋਈ ਵੀ ਲੀਗਲ ਰਿਕੁਆਇਰਮੈਂਟ ਹੈਗੀ ਹੈ, ਉਹ ਤਾਂ ਹੋਣੀ ਕੰਟਰੈਕਟ ਬਣਾਉਣ 'ਚ ਇੱਕ, ਤਾਂ ਉਹਦੀ ਜਿਹੜੀ ਕੰਪਲਾਇੰਸ, ਲੀਗਲ ਕੰਪਲਾਇੰਸ ਹੈ, ਮਤਲਬ ਲੀਗਲ ਜੋ ਵੀ ਹੈ ਉਹ ਸਪੋਂਸਰ ਕਰੇਗਾ। ਸਪੋਂਸਰ ਇੱਥੇ ਉਹ ਬੰਦਾ ਹੈ ਜਿਹੜਾ ਕਾਰਪੋਰੇਟ ਘਰਾਣੇ ਦਾ ਬੰਦਾ ਹੈ, ਜਿਹੜਾ ਕਿਸਾਨ ਦਾ ਫਸਲ ਨੂੰ, ਜੋ ਵੀ ਪੈਦਾਇਸ਼ ਨੂੰ ਖਰੀਦ ਰਿਹਾ ਹੈ, ਉਹ ਲੀਗਲ ਰਿਕੁਆਇਰਮੈਂਟ ਪੂਰੀ ਕਰੇਗਾ। ਹੁਣ ਲੀਗਲ ਰਿਕੁਆਇਰਮੈਂਟ 'ਚ ਲੀਗਲ ਟਰਮਸ ਆਉਂਦੇ ਆ, ਲੀਗਲ ਕਈ ਇੱਦਾਂ ਦੀ ਲੂਪ ਹੋਲਸ ਹੁੰਦੇ ਆ ਜਿਹਨੂੰ ਯੂਜ਼ ਕਰ ਸਕਦੇ ਹਾਂ ਅਸੀਂ, ਹੈ ਨਾ, ਜਿਹਨੂੰ ਲੀਗਲੀ ਅਸੀਂ ਤਾਂ ਹੀ ਕੇਸ 'ਚ ਫਸਦੇ ਆ ਕੋਰਟ ਵਿੱਚ ਕਿ ਲੀਗਲ ਵਿੱਚ ਕੋਈ ਲੂਪ ਹੋਲਸ ਲੱਭ ਲੈਂਦੇ ਆ ਵਕੀਲ। ਉਹਨਾਂ ਕੋਲ ਇੰਨੀ ਵੱਡੀ ਟੀਮ ਹੈ ਕਾਰਪੋਰੇਟ ਕੋਲ, ਉਹਨਾਂ ਨੇ ਆਰਾਮ ਨਾਲ ਇਹੋ ਜਿਹਾ ਕੰਟਰੈਕਟ ਫਾਰਮ ਕਰ ਲੈਣਾ ਜਿਹਦੇ ਵਿੱਚ ਲੀਗਲ ਟਰਮਸ ਹੋਏ, ਹੈ ਨਾ, ਅਤੇ ਉਹਦੇ ਵਿੱਚ ਟਵਿਸਟਸ ਹੋਣ। ਤਾਂ ਉਹ ਫਿਰ ਜਿਹੜਾ ਫਾਰਮਰ ਸਮਝ ਨਹੀਂ ਪਾਏਗਾ, ਕਿਸਾਨ ਸਮਝ ਨਹੀਂ ਪਾਏਗਾ ਉਸ ਚੀਜ਼ ਨੂੰ। ਉਹਦਾ ਪਹਿਲੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਉਹਦੇ ਵਿੱਚ ਉਹਨੂੰ ਵਕੀਲ ਹਾਇਰ ਕਰਨਾ ਪਏਗਾ, ਫੀਸ ਦੇਣੀ ਪਏਗੀ, ਫਰੀਡਮ ਤਾਂ ਇੱਥੇ ਖਤਮ ਹੋ ਜਾਂਦੀ ਉਹਦੀ। ਤਾਂ ਇਹਦੇ ਵਿੱਚ ਇਹ ਸਭ ਤੋਂ ਵੱਡੀ ਗਲਤੀ ਹੈ। ਇਹਦੇ ਵਿੱਚ ਕਿਆ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਿ ਫਾਰਮਰ ਦੇ ਉੱਪਰ ਸਿੱਟ ਦੇਣਾ ਚਾਹੀਦਾ ਸੀ ਕਿ ਕੋਈ ਵੀ ਲੀਗਲ ਜੋ ਵੀ ਹੈ ਤੂੰ ਖੁਦ ਕਰ ਸਕਦਾ ਹੈ। ਜਿਸ ਦੀ ਜ਼ਮੀਨ ਹੈ, ਜਿਸ ਦੀ ਜਿਹਨੇ ਉਗਾਇਆ ਸਭ ਕੁਝ, ਜਿਹਨੇ ਮਰਜ਼ੀ ਨਹੀਂ, ਜਿਹਨੇ ਸਭ ਕੁਝ ਕੀਤਾ ਹੈ, ਪੈਸਟੀਸਾਈਡ ਜੋ ਵੀ ਪ੍ਰੋਸੀਜਰ ਹੈ ਉਗਾਉਣ ਦਾ, ਸਭ ਕੁਝ ਉਹਨੇ ਖੁਦ ਪੂਰਾ ਕੀਤਾ ਹੈ ਆਪਣੇ ਹੀ ਲੇਬਰ, ਆਪਣੀ ਜ਼ਮੀਨ, ਆਪਣੀ ਖੇਤੀ ਕਰ ਰਿਹਾ, ਸਭ ਕੁਝ ਕਰ ਰਿਹਾ ਹੈ, ਪਰ ਉਸਦਾ ਕੋਈ ਡਿਸੀਜਨ ਹੀ ਨਹੀਂ ਹੈ। ਹਾਂ, ਉਹ ਖੁਦ ਨਹੀਂ ਕੰਟਰੈਕਟ ਬਣਾ ਸਕਦਾ। ਕੰਟਰੈਕਟ ਕੌਣ ਬਣਾਏਗਾ? ਕਾਰਪੋਰੇਟ ਵਾਲੇ। ਉਹ ਆਪਣੇ ਮੁਤਾਬਕ ਬਣਾ ਲੈਣਗੇ, ਹੈ ਨਾ। ਫਾਰਮਰ ਫਸ ਜਾਏਗਾ। ਚਲੋ ਫਿਰ ਫਾਰਮਰ ਨੂੰ ਤੁਹਾਡਾ ਪਹਿਲੇ ਦੱਸਤਾ ਦਿੱਤਾ ਜਿੱਦਾਂ ਮੈਂ ਇੱਦਾਂ ਉਹਨਾਂ ਨੂੰ ਵਕੀਲ ਹਾਇਰ ਕਰਨੇ ਪੈਣਗੇ। ਇਹ ਸਰਕਾਰੀ ਅਥਾਰਟੀ ਦੀ ਕਮੀ ਆ ਰਹੀ ਹੈ, ਜਿਹੜੀ ਇੱਕ ਅਥਾਰਟੀ ਇੱਕ ਬੰਦਾ ਚਾਹੇ ਹੁੰਦਾ, ਇੱਕ ਹੀ ਬੰਦਾ ਹੁੰਦਾ ਚਾਹੇ, ਉਸ ਇਹਨੂੰ ਹੈਲਪ ਕਰ ਸਕਦਾ ਸੀ ਫਾਰਮਰ ਨੂੰ ਇਹਨੂੰ ਬਣਾਉਣ ਦੇ ਵਿੱਚ, ਕੰਟਰੈਕਟ ਨੂੰ। ਐਕਸੈਪਟੇਬਲ ਕੁਆਲਿਟੀ
ਮਤਲਬ ਆਪਸ 'ਚ ਜੋ ਸਾਡੀ ਗੱਲਬਾਤ ਹੋ ਕੇ ਆਪਸੀ ਮਨਜ਼ੂਰੀ ਜਿਹੜੀ ਕੁਆਲਿਟੀ 'ਚ ਹੋਗੀ। ਮੰਨ ਲਓ ਇੱਕ ਕਣਕ ਦੇ ਰਿਹਾ ਫਾਰਮਰ ਨੂੰ ਦੇਤੀ ਉਹ ਜਾ ਕੇ, ਉਹ ਫਾਰਮਰ ਨੇ ਉਹਨੂੰ ਕਾਰਪੋਰੇਟ ਨੂੰ ਦੇਤੀ ਜਾਏ ਕਣਕ। ਹੁਣ ਉਹ ਕਾਰਪੋਰੇਟ ਕਹੇਗਾ ਕਿ ਕਣਕ ਦਾ ਕੁਆਲਿਟੀ ਜੀ ਹੈ ਨਹੀਂ, ਆਪਸੀ ਮਨਜ਼ੂਰੀ ਇੱਥੇ ਲਿਖਿਆ ਮਿਊਚੁਅਲੀ ਐਕਸੈਪਟੇਬਲ ਕੁਆਲਿਟੀ, ਮਤਲਬ ਆਪਸੀ ਮਨਜ਼ੂਰੀ ਉਹਦੇ ਆਣੀ ਹੀ ਨਹੀਂ ਹੈ। ਕਾਰਪੋਰੇਟ ਨੇ ਉਹਦੇ ਚੜਾਈ ਕਰ ਜਾਣੀ ਉਹਦੇ ਉੱਪਰ, ਫਾਰਮਰ ਦੇ ਉੱਪਰ, ਕਿ ਇਹ ਤਾਂ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ ਤੇਰੀ ਕਣਕ ਦੇ ਵਿੱਚ ਕੁਝ ਹੈਗਾ, ਮਿੱਟੀ ਹੈ। ਸਾਡੇ ਇੱਥੇ ਗੋਭੀ ਵਗੈਰਾ ਸ਼ੋਸ਼ਣ ਕਰਕੇ ਘੱਟ ਰੇਟ 'ਚ ਹਾਂ, ਮੰਨ ਲਓ ਅਸੀਂ ਹੁਣ ਕਸਟਮਰ ਨੂੰ ਡਾਇਰੈਕਟ ਵੇਚ ਰਹੇ ਆ, ਅਸੀਂ ਗੋਭੀ 'ਚ ਮਾੜਾ ਦਾਗ ਦੁਗ ਹੁੰਦਾ ਸੀ ਲੈ ਲੈਂਦੇ ਕਿ ਅਸੀਂ ਧੋ ਲਾਂਗੇ ਘਰ 'ਚ। ਉਹਨਾਂ ਨੇ ਉਸੇ ਇੱਕ ਦਾਗ ਨੂੰ ਫੜ ਕੇ ਉਹਨਾਂ ਦਾ ਸਾਰਾ ਹੀ ਨੁਕਸਾਨ ਕਰ ਦੇਣਾ ਕਿਸਾਨ ਦਾ, ਰੇਟ ਘਟਾ ਦੇਣਾ, ਸਾਰਾ ਰੇਟ ਚੱਕੂਗਾ। ਫਿਰ ਇੱਥੇ ਲਿਖਿਆ ਹੈ ਐਮਐਸਪੀ ਦੀ ਕਮੀ ਕਰਕੇ ਹੀ ਹੋਏਗਾ। ਫਿਰ ਐਮਐਸਪੀ ਦਾ ਵੀ ਮੈਂ ਪ੍ਰਾਈਸਿੰਗ ਦਾ ਦੱਸਾਂਗਾ ਕਿ ਕਮ ਸੇ ਕਮ ਕਾਰਪੋਰੇਟ ਹੀ ਉੱਤੇ ਲਿਖ ਸਕਦੇ ਕਿ ਘੱਟੋ ਘੱਟ ਅਸੀਂ ਦੇ ਦਾਂਗੇ, ਸਰਕਾਰ ਨਹੀਂ ਦੇਊਗੀ ਤਾਂ, ਹੈ ਨਾ। ਤੇ ਏਜੰਸੀ ਜਿਹੜੀ ਹੈ ਇਹਦੇ ਵਿੱਚ ਸਰਕਾਰ ਦੀ ਕੋਈ ਹੈ ਨਹੀਂ, ਉਹ ਵੀ ਹੈ। ਤੇ ਸਰਕਾਰ ਦਾ ਜਿਹੜਾ ਪੁਰਾਣਾ ਜਿਹੜਾ ਹਿਸਾਬ ਚੱਲਿਆ ਆ ਰਿਹਾ ਹੈ ਕਿ ਕਿਸ ਐਗਰੀਕਲਚਰ ਪ੍ਰੈਕਟਿਸ ਜਿਹੜੀ ਹੁੰਦੀ ਹੈ ਕਿ ਉਸ ਹਿਸਾਬ ਨਾਲ ਇਹਦੀ ਜਿਹੜੀ ਕੁਆਲਿਟੀ ਹੋਣੀ ਚਾਹੀਦੀ ਹੈ ਉਹ ਲਿਖੀ ਹੋਊਗੀ, ਉਹਨੂੰ ਵੀ ਮਿਸਯੂਜ਼ ਕਰਕੇ ਮਿਊਚੁਅਲੀ ਐਕਸੈਪਟੇਬਲ ਕੁਆਲਿਟੀ ਜਿਹੜੀ ਸ਼ਬਦ ਹੈ, ਆਪਸੀ ਮਨਜ਼ੂਰੀ ਸ਼ਬਦ ਹੈ, ਆਪਸੀ ਮਨਜ਼ੂਰੀ ਹੋਏਗੀ ਨਹੀਂ ਉਹਨਾਂ ਤੇ, ਠੀਕ ਹੈ। ਫਿਰ ਫਾਰਮਰ ਇੰਨਾ ਕਿਆ ਹੋਏਗਾ, ਫਾਰਮਰ ਤੇ ਪ੍ਰੈਸ਼ਰ ਪਏਗਾ, ਉਹ ਹੋਰ ਜ਼ਿਆਦਾ ਫਰਟੀਲਾਈਜ਼ਰ ਯੂਜ਼ ਕਰੇਗਾ, ਹੋਰ ਜ਼ਿਆਦਾ ਪੈਸਟੀਸਾਈਡ ਯੂਜ਼ ਕਰੇਗਾ, ਜਿਨ ਨਾਲ ਕੈਮੀਕਲ ਯੂਜ਼ ਕਰੇਗਾ, ਜਿਨ ਨਾਲ ਕਿਆ ਹੋਏਗਾ ਕਿ ਉਹਦੇ ਇੱਕ ਤਾਂ ਜ਼ਮੀਨ ਖਰਾਬ ਹੋਏਗੀ, ਉਹਦੀ ਜ਼ਮੀਨ 'ਚ ਜੋ ਫਾਰਮਰ ਨੁਕਸਾਨ ਹੋਣਾ ਹੀ ਹੈ। ਜਦੋਂ ਪੈਦਾ ਹੋ ਕੇ ਸਹੀ ਤਰ੍ਹਾਂ ਮੰਨ ਲਓ ਆ ਵੀ ਜਾਂਦੀ, ਕਾਰਪੋਰੇਟ ਲੈ ਲੈਂਦਾ, ਕਾਰਪੋਰੇਟ ਵੇਚਦਾ ਹੈ, ਕਸਟਮਰ ਜਦ ਉਹ ਇੱਕ ਖਾਣ ਵਾਲਾ ਨਾਗਰਿਕ ਜਦ ਭਾਰਤ ਦਾ ਉਹ ਖਾਏਗਾ ਤਾਂ ਉਹਨੂੰ ਜਿਹੜੀ ਇੰਨੀ ਜ਼ਿਆਦਾ ਓਵਰ ਪੈਸਟੀਸਾਈਡ ਫਰਟੀਲਾਈਜ਼ਰ ਨਾਲ ਜਿਹੜਾ ਯੂਜ਼ ਕੀਤਾ ਹੋਏਗਾ, ਉਹਦੇ ਕਰਕੇ ਉਹਦੇ ਸਰੀਰ ਨੂੰ ਵੀ ਪ੍ਰੋਬਲਮ ਹੋਏਗੀ। ਇੰਨਾ ਜਿਹੜੀ ਉਹ ਕਸਟਮਰ ਦਾ ਨੁਕਸਾਨ ਹੋ ਗਿਆ, ਫਾਰਮਰ ਦਾ ਨੁਕਸਾਨ ਹੋ ਗਿਆ, ਫਾਇਦਾ ਕਿਹਦਾ ਹੋਇਆ? ਕਾਰਪੋਰੇਟ ਦਾ, ਸਪਾਂਸਰ ਦਾ, ਜਿਹੜਾ ਇੱਥੇ ਲਿਖਿਆ ਹੋਇਆ ਟ੍ਰੇਡਰ ਦਾ। ਇਸ ਤੋਂ ਸਭ ਤੋਂ ਅੱਗੇ ਜਿਹੜੀ ਐਮਐਸਪੀ ਦਾ ਮਤਲਬ ਚੱਲ ਰਿਹਾ, ਇੱਥੇ ਲਿਖਿਆ ਪ੍ਰਾਈਸਿੰਗ ਜਿਹੜੀ ਹੈ, ਜਿਹੜਾ ਰੇਟ ਜਿਹੜਾ ਡਿਸਾਈਡ ਕੀਤਾ ਜਾਏਗਾ ਫਾਰਮਿੰਗ ਪ੍ਰੋਡਿਊਸ ਜਿਹੜੀ ਹੈ ਉਹਦਾ, ਮਤਲਬ ਜਿਹੜਾ ਫਾਰਮਰ ਨੇ ਜੋ ਵੀ ਉਗਾਇਆ ਉਹਦਾ ਰੇਟ ਡਿਸਾਈਡ ਕੀਤਾ ਜਾਏਗਾ। ਉਹ ਸੈਕਸ਼ਨ 5 ਦੇ ਵਿੱਚ, ਦੂਜੇ ਐਕਟ ਦੇ ਸੈਕਸ਼ਨ 5 ਦੇ ਵਿੱਚ, ਧਾਰਾ 5 ਦੇ ਵਿੱਚ ਦੱਸਿਆ ਗਿਆ ਹੈ ਕਿ ਕੋਈ ਵੀ ਰੇਟ ਜਿਹੜਾ ਹੈਗਾ ਫਾਰਮਰ ਪ੍ਰੋਡਿਊਸ ਦਾ, ਉਹ ਜਿਹੜਾ ਉਹਦੇ ਵਿੱਚ ਦੱਸਿਆ ਨਹੀਂ ਜਾਏਗਾ ਜੇ ਸਿਰਫ ਮਤਭੇਦ ਜਦ ਉਹਨਾਂ ਦੇ ਵਿੱਚ ਹੋਏਗਾ। ਸਿਰਫ ਇਸ ਕੇਸ ਦੇ ਵਿੱਚ ਜੇ ਉਹਨਾਂ ਦੇ ਵਿੱਚ ਕੋਈ ਮਤਭੇਦ ਹੋਏਗਾ, ਉਸੇ ਕੇਸ ਦੇ ਵਿੱਚ ਉੱਥੇ ਗਰੰਟਿਡ ਪ੍ਰਾਈਸ ਲਿਖਿਆ ਜਾਏਗਾ, ਜਿੱਦਾਂ ਐਮਐਸਪੀ ਸਰਕਾਰ ਦਿੰਦੀ ਹੈ। ਉਹਨਾਂ ਨੇ ਪਹਿਲੇ ਤਾਂ ਡਿਸਾਈਡ ਕੀਤਾ ਹੋਇਆ ਕਿ 1800 ਰੁਪਏ ਇਹਨੂੰ ਕਣਕ ਦਾ ਜਾਂ ਕੋਈ ਵੀ ਜੋ ਹੈ 1800 ਰੁਪਏ ਇਸ ਚੀਜ਼ ਦਾ, ਇੰਨਾ 1000 ਰੁਪਏ ਇਸ ਚੀਜ਼ ਦਾ, ਇੰਨਾ ਮਿਲ ਹੀ ਜਾਏਗਾ ਕਿਸਾਨ ਨੂੰ ਜੇ ਉਹਦਾ ਨਹੀਂ ਕਿਤੇ ਵਿਕਦਾ, ਸਰਕਾਰ ਦੇ ਖਰੀਦੇਗੀ ਉਹਨੂੰ। ਪਰ ਇਹਦੇ ਵਿੱਚ ਜੇ ਉਹਨਾਂ ਦੇ ਵਿੱਚ ਮਤਭੇਦ ਹੁੰਦਾ ਹੈ ਪ੍ਰਾਈਸ ਦਾ, ਤਾਂ ਜਾ ਕੇ ਉਹਨਾਂ ਨੇ ਗਰੰਟੀ ਪ੍ਰਾਈਸ ਦੇਣਾ ਹੈ, ਨਹੀਂ ਤਾਂ ਕੋਈ ਗਰੰਟਿਡ ਪ੍ਰਾਈਸ ਨਹੀਂ ਹੈ। ਕਿਸਾਨ ਕੀ ਕਿੰਨੇ ਦਾ ਵੇਚੇਗਾ ਉਹ ਆਪੇ ਡਿਸਾਈਡ ਕਰਨਗੇ, ਕੋਈ ਮਿਨੀਮਮ ਪ੍ਰਾਈਸ ਕੋਈ ਦੇਗਾ ਨਹੀਂ ਕਾਰਪੋਰੇਟ ਵਾਲਾ ਕਿਸਾਨ ਨੂੰ। ਸਭ ਤੋਂ ਵੱਡੀ ਨੋਟ ਕਰਨ ਵਾਲੀ ਚੀਜ਼ ਹੈ, ਸਿਰਫ ਮਤਭੇਦ ਦੇ ਟਾਈਮ 'ਤੇ ਹੀ ਪ੍ਰਾਈਸ ਦੀ ਗਰੰਟੀ ਦਿੱਤੀ ਜਾਏਗੀ। ਕੰਟਰੈਕਟ ਬਣਨ ਤੋਂ ਬਾਅਦ ਹੀ ਐਸਡੀਐਮ ਕੋਲ ਜਾ ਸਕਦੇ, ਸਭ ਤੋਂ ਵੱਡੀ ਚੀਜ਼ ਹੈ। ਕੰਟਰੈਕਟ ਤੋਂ ਪਹਿਲੇ ਤੁਹਾਡੇ ਕੋਈ ਸੁਣਵਾਈ ਕਿਤੇ ਵੀ ਨਹੀਂ ਹੈ, ਇੱਕ ਵੀ ਬੰਦਾ ਵੀ ਕੋਈ ਸੁਣਵਾਈ ਤੁਹਾਡੀ ਨਹੀਂ ਸੁਣੇਗਾ, ਸਭ ਤੋਂ ਵੱਡੀ ਚੀਜ਼ ਹੈ। ਤੇ ਮਤਭੇਦ ਜਦ ਆਏਗਾ ਤਾਂ ਗਰੰਟੀ ਪ੍ਰਾਈਸ 'ਚ ਲਿਖਿਆ ਜਾਏਗਾ। जब मतभेद नहीं आएगा, मतभेद चलो आ भी गया, मान लो ए कॉर्पोरेट है, मैं किसान है, मैं इन्होंने मतभेद करता है कि कुछ गारंटी प्राइस दो, पर वो तो कॉर्पोरेट है, क्योंकि कॉन्ट्रैक्ट किने बनाना, कॉर्पोरेट वाले ने। मतभेद आ गया, हूँ उन्हें कहना ये मतभेद नहीं है ना, मतभेद कोई नहीं आया, मैं फटाफट उन्हें बनाता कॉन्ट्रैक्ट। वो मतभेद को मनना ही नहीं उन्होंने, खुद कॉन्ट्रैक्ट बनाना उन्होंने, या तो किसान कॉन्ट्रैक्ट बनाता होए ना। ਉਤਾਂਸ਼ ਜੀ ਗੱਲ ਕਰਦੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਕਿਤੇ ਮਤਭੇਦ ਆ ਗਿਆ ਤਾਂ ਰੇਟ ਫਿਕਸ ਹੋ ਜਾਏਗਾ। ਜਦੋਂ ਵੀ ਕਿਸਾਨ ਆਪਣੀ ਜਗ੍ਹਾ ਜ਼ਮੀਨ ਦੇਗਾ ਕੰਟਰੈਕਟ ਤੇ, ਤਾਂ ਉਹ ਪੁੱਛੇਗਾ ਕਿ ਮੈਂ ਫਸਲ ਬੀਜਾਂਗਾ, ਮੈਨੂੰ ਇਸ ਦਾ ਕੀ ਰੇਟ ਦਿਓਗੇ ਤੁਸੀਂ। ਮਤਭੇਦ ਆ ਗਿਆ, ਜਾਂ ਤੁਸੀਂ ਰੇਟ ਨਹੀਂ ਦੱਸੋਗੇ ਤਾਂ ਕਿਸਾਨ ਨਹੀਂ ਦੇਗਾ। ਮਤਭੇਦ ਆ ਗਿਆ, ਤੇ ਜਦੋਂ ਮਤਭੇਦ ਆ ਗਿਆ ਤਾਂ ਰੇਟ ਦੱਸੂਗਾ ਕਾਰਪੋਰੇਟ ਘਰਾਣਾ, ਜੋ ਵੀ ਖਰੀਦੇਗਾ ਕੰਟਰੈਕਟਰ ਹੋਊਗਾ, ਉਹ ਦੱਸੇਗਾ ਕਿ ਤੁਹਾਡੀ ਮੈਂ ਫਸਲ ਹੈ ਇਸ ਰੇਟ ਨੂੰ ਖਰੀਦੇਗਾ। ਫਿਰ ਕੀ ਰੋਲਾ ਰਹਿ ਜਾਏਗਾ? ਪਹਿਲੀ ਗੱਲ ਤਾਂ ਕਿਸਾਨ ਕੋਲ ਕੋਈ ਆਪਸ਼ਨ ਹੀ ਹੈ, ਕਿਉਂਕਿ ਜਿਹੜੀ APMC ਦੀ ਜਿਹੜੀ ਮੰਡੀਆਂ ਪੁਰਾਣੀਆਂ ਹੈਗੀਆਂ ਉਹ ਤਾਂ ਖਤਮ ਹੋ ਗਈਆਂ। ਤੁਹਾਨੂੰ ਜਿੱਦਾਂ ਪਹਿਲੇ ਦੱਸਿਆ ਮੈਂ ਕਿ ਟੈਕਸ ਉੱਤੇ ਹੈਗਾ ਏ ਤੇ ਇੱਧਰ ਨਹੀਂ ਹੈ, ਉਹ ਖਤਮ ਹੋ ਗਿਆ। ਕਿਸਾਨ ਕੋਲ ਸਿਰਫ ਇੱਕੋ ਹੀ ਆਪਸ਼ਨ ਹੈ, ਕਾਰਪੋਰੇਟ ਨੂੰ ਵੇਚੇਗਾ ਜਾ ਕੇ। ਤੇ ਕਾਰਪੋਰੇਟ ਵਾਲਾ ਜਿੱਦਾਂ ਇਹ ਪ੍ਰੋਸੀਜਰ ਦੱਸਿਆ ਗਿਆ ਸੈਕਸ਼ਨ 5 ਜਿਹੜਾ ਫਾਰਮਰਸ ਐਗਰੀਮੈਂਟ ਵਾਲਾ, ਉਹਦੇ ਵਿੱਚ ਲਿਖਿਆ ਕਿ ਪਹਿਲੇ ਤਾਂ ਕੰਟਰੈਕਟ ਬਣੇਗਾ, ਉਹਦੇ ਵਿੱਚ ਜਿਹੜਾ ਕਾਰਪੋਰੇਟ ਵਾਲਾ ਬੰਦਾ ਹੈ, ਟ੍ਰੇਡਰ ਹੈ, ਉਹ 'ਚ ਲਿਖੇਗਾ, ਮੰਨ ਲਓ ਉਹਨੇ ਕਣਕ ਦਾ ਪਾਇਆ 100 ਰੁਪਏ ਰੇਟ, ਠੀਕ ਹੈ, 100 ਰੁਪਏ ਰੇਟ ਪਾਤਾ, ਕਿਸਾਨ ਕਹਿੰਦਾ ਨਹੀਂ ਮੈਂ 150 ਦਾ ਵੇਚਣਾ, ਠੀਕ ਹੈ। ਮਤਭੇਦ ਆ ਗਿਆ ਵਿੱਚ, ਠੀਕ ਹੈ ਨਾ। ਮਤਭੇਦ ਆ ਗਿਆ ਤਾਂ ਉਹ ਮਤਭੇਦ 'ਚ ਇੱਕ ਗਰੰਟਿਡ ਪ੍ਰਾਈਸ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ ਕਿ ਉਹ ਜਿਹੜਾ ਬੰਦਾ ਹੈ ਕਾਰਪੋਰੇਟ ਵਾਲਾ, ਉਹ ਗਰੰਟਿਡ ਪ੍ਰਾਈਸ ਲਿਖੇਗਾ ਜੇ ਮਤਭੇਦ ਆ ਜਾਏ। ਜੇ ਤਾਂ ਕਿਸਾਨ ਮੰਨ ਲੈ ਚਲੋ ਮੈਂ 100 ਰੁਪਏ ਗਰੰਟਿਡ ਪ੍ਰਾਈਸ ਲਿਖ ਦਿੱਤਾ, ਫਿਰ ਤਾਂ ਰੋਲਾ ਹੀ ਨਹੀਂ ਰਹੇਗਾ। ਹਾਂ, ਗਰੰਟਿਡ ਪ੍ਰਾਈਸ ਲਿਖੇਗਾ ਨਹੀਂ ਨਾ ਉਹੀ ਬੰਦਾ, ਗਰੰਟਿਡ ਪ੍ਰਾਈਸ ਲਿਖੇਗਾ ਨਹੀਂ, ਕਿਉਂਕਿ ਉਹ ਖੁਦ ਕੰਟਰੈਕਟ ਬਣਾ ਰਿਹਾ ਹੈ ਨਾ। ਗਰੰਟਿਡ ਪ੍ਰਾਈਸ ਜ਼ਿਆਦਾ ਮੰਗੂਗਾ ਕਿਸਾਨ, ਇਹਦਾ ਜ਼ਾਹਿਰ ਜੀ ਗੱਲ ਹੈ, ਉਹ ਘੱਟ ਦੇਗਾ ਤਾਂ ਹੀ ਮਤਭੇਦ ਆਏਗਾ ਨਾ।
ਗਰੰਟਿਡ ਪ੍ਰਾਈਸ ਮੰਨ ਲਓ 100 ਰੁਪਏ ਦਾ ਕਣਕ ਜਿਹੜੀ ਕਹਿ ਰਿਹਾ ਕਿ ਮੈਂ 100 ਰੁਪਏ ਦਊਂਗਾ ਕਣਕ ਦਾ, ਟ੍ਰੇਡਰ ਕਿਸਾਨ ਨੂੰ ਕਹਿ ਰਿਹਾ, ਤਾਂ ਕਿਸਾਨ ਮੰਨ ਰਿਹਾ ਕਿ 100 ਰੁਪਇਆ ਮੈਂ ਨਹੀਂ ਮੈਂ 150 ਦਾ ਵੇਚਣੀ ਹੈ। ਤਾਂ ਹੁਣ ਮਤਭੇਦ ਆ ਗਿਆ। ਹੁਣ ਮਤਭੇਦ ਉਹਨਾਂ ਨੇ ਕਹਿਣਾ ਨਹੀਂ ਨਹੀਂ ਮੈਂ 100 ਰੁਪਏ ਦਾ ਹੀ ਲੈਣਾ ਤੇ ਤੋਂ, ਟ੍ਰੇਡਰ ਕਹੂਗਾ, ਹੈ ਨਾ। ਟ੍ਰੇਡਰ ਖੁਦ ਕੰਟਰੈਕਟ ਬਣਾ ਰਿਹਾ, ਕਿਸਾਨ ਦਾ ਇਹ 'ਚ ਕੋਈ ਹੱਕ ਨਹੀਂ ਕੰਟਰੈਕਟ 'ਚ ਕਿ ਮੈਂ ਆਪ ਲਿਖਦਾ 150 ਰੁਪਏ ਜਾ ਕੇ, ਹੈ ਨਾ। ਉਹ ਖੁਦ ਉਹਨੇ 100 ਰੁਪਏ ਲਿਖ ਦੇਣਾ, ਕਿਸਾਨ ਨੂੰ ਕਹਿਣਾ ਜਾ ਹੁਣ ਤੇਰਾ 100 ਰੁਪਏ ਡਿਸਾਈਡ ਹੋ ਗਿਆ, ਫੜ ਕੰਟਰੈਕਟ ਜੋ ਕਰਨਾ ਕਰੋ। ਕਿਉਂਕਿ ਜਿਹੜੀ ਮੰਡੀ ਕਮਿਸ਼ਨ ਵਾਲੇ ਹੈ ਹੀ ਨਹੀਂ, ਮੰਡੀ ਕਮਿਸ਼ਨ ਵਾਲੀ ਮੰਡੀ ਜਿਹੜੀ ਪੁਰਾਣੀ ਹੈ ਉਹ ਤਾਂ ਗਈ, ਉਹ 'ਚ ਕੋਈ ਆ ਨਹੀਂ ਰਿਹਾ ਕਸਟਮਰ ਖਰੀਦਣ, ਹੈ ਨਾ। ਸਿਰਫ ਔਰ ਸਿਰਫ ਕਿਸਾਨ ਕੋਲ ਕੋਰਪੋਰੇਟ ਨੂੰ ਹੀ ਵੇਚਣ ਦਾ ਆਪਸ਼ਨ ਹੈ, ਤੇ ਕੋਰਪੋਰੇਟ ਉਹਨੂੰ ਗਰੰਟਿਡ ਪ੍ਰਾਈਸ ਨਹੀਂ ਦੇਗਾ। ਜੇ ਐਮਐਸਪੀ ਹੋਏਗੀ ਤਾਂ ਰੋਲਾ ਨਹੀਂ ਹੋਏਗਾ ਜੀ। ਹਾਂ ਐਮਐਸਪੀ ਹੈ ਨਹੀਂ, ਉਹੀ ਤਾਂ ਹੈ ਰੋਲਾ। ਐਮਐਸਪੀ ਸਰਕਾਰ ਵੱਲੋਂ ਹੈ, ਐਮਐਸਪੀ ਨਹੀਂ ਹੈ ਤਾਂ ਹੀ ਇਹ ਹਰ ਚੀਜ਼ ਮੈਂ ਕਹਿ ਰਿਹਾ, ਹਰ ਐਕਟ ਲਈ ਕੋਈ ਵੀ ਅਸੀਂ ਕੰਮ ਕਰਦੇ ਹਾਂ। ਹੁਣ ਉਹ ਬੰਦਾ ਪਿੱਛੇ ਰੋਲਾ ਪਾ ਰਿਹਾ, ਹੈ ਨਾ, ਪਰ ਇਹਦੇ ਪਿੱਛੇ ਇੱਕ ਰੈਗੂਲੇਸ਼ਨ ਹੈ ਸਰਕਾਰ ਦੀ ਕਿ ਤੁਸੀਂ ਇਸ ਹੱਦ ਤੋਂ ਜ਼ਿਆਦਾ ਰੋਲਾ ਨਹੀਂ ਪਾਉਣਾ ਪਬਲਿਕ ਪਾਰਕ ਵਿੱਚ, ਹੈ ਨਾ। ਹੁਣ ਇਹਦੇ ਵਿੱਚ ਜਿਹੜਾ ਮੰਨ ਲਓ ਕਾਰਪੋਰੇਟ ਹੈ ਨਾ, ਉਹਨੂੰ ਸਰਕਾਰ ਕਹੇ ਜਿੰਨਾ ਮਰਜ਼ੀ ਫਰੀडम ਹੈ ਤੁਹਾਨੂੰ, ਕੁਝ ਨਹੀਂ, ਕੋਈ ਰਿਸਟ੍ਰਿਕਸ਼ਨ ਨਹੀਂ, ਕੋਈ ਰੋਕ ਟੋਕ ਨਹੀਂ ਹੈ। ਫਰੀडम ਕਾਰਪੋਰੇਟ ਘਰਾਣਿਆਂ ਨਾਲ ਹੋਗੀ, ਕਿਸਾਨਾਂ ਦੀ ਹਾਂ ਕੋਈ ਰੈਗੂਲੇਸ਼ਨ ਨਹੀਂ ਹੈਗੀ। ਹਰ ਚੀਜ਼ ਵਾਸਤੇ ਜੇ ਤੁਸੀਂ ਰੋਕ ਟੋਕ ਨਹੀਂ ਲਾਣੀ, ਕਿ ਰੈਗੂਲੇਸ਼ਨ ਹੋਣੀ ਜ਼ਰੂਰੀ ਹੈ ਕਿ ਤੁਸੀਂ ਇੱਕ ਚੀਜ਼ ਨੂੰ ਕਿੱਦਾਂ ਕਰਨਾ ਹੈ। ਗੱਲ ਇਹ ਮੁੱਕੀ ਨਾ, ਜੇ ਐਮਐਸਪੀ ਹੋਊਗੀ ਤਾਂ ਮਤਭੇਦ ਹੀ ਨਹੀਂ ਹੋਣੇ ਆ। ਹਾਂ ਕਿਉਂਕਿ ਹਾਂ ਇਹਦੇ ਵਿੱਚ ਕਿਆ ਹੈ, ਇੱਕ ਹੋਰ ਪ੍ਰੋਵੀਜ਼ਨ ਤੁਹਾਨੂੰ ਮੈਂ ਪ੍ਰਾਵਧਾਨ ਦੱਸਦਾ। ਸੈਕਸ਼ਨ 11 ਦੇ ਦੂਜੇ ਐਕਟ ਦੇ ਸੈਕਸ਼ਨ 11 ਧਾਰਾ 11 ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਕੋਈ ਵੀ ਐਗਰੀਮੈਂਟ ਮੰਨ ਲਓ ਕਿਸਾਨ ਕਹਿੰਦਾ ਕਿ ਮੈਂ ਤੈਨੂੰ ਨਹੀਂ ਵੇਚਣਾ, ਹੈ ਨਾ, ਤੇ ਉਹ ਕਿਸਾਨ ਇਹ ਦੱਸਿਆ ਕਿ ਆਪਸੀ ਮਨਜ਼ੂਰੀ ਹੋਣੀ ਚਾਹੀਦੀ ਦੋਨਾਂ ਦੀ ਪਾਰਟੀਆਂ ਦੀ, ਮਤਲਬ ਕਾਰਪੋਰੇਟ ਦੀ ਤੇ ਕਿਸਾਨ ਦੀ ਆਪਸੀ ਮਨਜ਼ੂਰੀ ਹੋਗੀ। ਆਪਸੀ ਮਨਜ਼ੂਰੀ ਵੀ ਜਿਹੜੀ ਸਹੀ ਕਾਰਨ ਲਈ ਹੋਣਾ ਚਾਹੀਦਾ, ਉਚਿਤ ਕਾਰਨ ਜਿਹਨੂੰ ਕਹਿੰਦੇ ਅਸੀਂ ਹਿੰਦੀ ਵਿੱਚ, ਸਹੀ ਕਾਰਨ ਹੋਣਾ ਚਾਹੀਦਾ। ਜਿਹੜਾ ਉਹ ਕਾਰਨ ਕਿਆ ਹੋਣਾ ਚਾਹੀਦਾ, ਸਹੀ ਕਾਰਨ, ਹੈ ਨਾ, ਉਹ 'ਚ ਦੱਸਿਆ ਨਹੀਂ ਗਿਆ। ਮਤਲਬ ਹੁਣ ਕੋਈ ਸਹੀ ਕਾਰਨ ਕੁਝ ਵੀ ਹੋ ਸਕਦਾ। ਹੁਣ ਕਾਰਪੋਰੇਟ ਵਾਲੇ ਕਹੇ ਕਿ ਇਹ ਸਹੀ ਕਾਰਨ ਤੇਰਾ ਨਹੀਂ ਹੈ, ਕਿਸਾਨ ਕਹੂਗਾ ਮੇਰਾ ਸਹੀ ਕਾਰਨ ਹੈ ਨਾ। ਆਪਸੀ ਮਨਜ਼ੂਰੀ ਇੱਥੇ ਆ ਨਹੀਂ ਰਹੀ ਹੈ। ਹੁਣ ਇੱਥੇ ਕੰਟਰੈਕਟ ਬਣਿਆ ਨਹੀਂ, ਹੁਣ ਐਸਡੀਐਮ ਤੱਕ ਵੀ ਨਹੀਂ ਜਾ ਸਕਦੇ ਇੱਥੇ ਆਪਸੀ ਮਨਜ਼ੂਰੀ ਕਰਨ, ਇਹ ਗੱਲ ਹੈ। ਤੇ ਇਹਦੇ ਵਿੱਚ ਸਾਰੀ ਪਾਵਰ ਜਿਹੜੀ ਹੈ ਕਾਰਪੋਰੇਟ ਨੂੰ ਜਾ ਰਹੀ ਹੈ, ਸਾਫ਼ ਸਾਫ਼ ਦਿਖ ਰਿਹਾ। क्या एसडीएम जो कोई फैसला सुना दूगा ਉਹਦੇ ਪਰ ਕੋਰਟ ਆਪਣੀ ਦਲੀਲ ਦੇ ਸਕਦੀ ਹੈ ਕਿ ਨਹੀਂ ਦੇ ਸਕਦੀ ਹੈ ਜੀ। ਜਿੱਦਾਂ ਕਿ ਪਿਛਲੇ ਐਕਟਾਂ 'ਚ ਦੱਸਿਆ ਕਿ ਕੋਰਟ ਨਹੀਂ ਜਾ ਸਕਦੇ, ਮਤਲਬ ਕੋਰਟ 'ਚ ਰਿਪਰੈਜ਼ੈਂਟੇਸ਼ਨ ਨਹੀਂ ਹੋ ਸਕਦੀ ਕਿ ਦੋ ਵਕੀਲ ਆਣਗੇ ਤੇ ਲੜਨਗੇ ਤਾਂ ਜੱਜਮੈਂਟ ਹੋਊਗੀ। ਪਰ ਉੱਦਾਂ ਵੀ ਦੇਖਿਆ ਜਾਏ ਕਿ ਜਿੱਦਾਂ ਲੀਗਲ ਨੋਟਿਸ ਵਗੈਰਾ ਕਢਾਉਂਦੇ ਰਹਿੰਦੇ ਆ ਲੋਕ, ਤੇ ਸੈਕਸ਼ਨ 19 ਜਿਹੜਾ ਹੈਗਾ ਦੂਜੇ ਐਕਟ ਦਾ, ਉਹਦੇ ਵਿੱਚ ਦੱਸਿਆ ਗਿਆ ਕਿ ਨੋ ਇੰਜੈਕਸ਼ਨ ਆਰਡਰ ਜਿਹੜਾ ਹੈ, ਕੋਈ ਵੀ ਰੋਕ ਦਾ ਆਰਡਰ ਹੈ ਕਿਸੇ ਵੀ ਕੋਰਟ ਜਾਂ ਕੋਈ ਵੀ ਅਥਾਰਟੀ ਵੱਲੋਂ ਨਹੀਂ, ਐਸਡੀਐਮ ਦੇ ਆਰਡਰ ਉੱਪਰ ਨਹੀਂ ਲੱਗੇਗਾ, ਕੋਈ ਰੋਕ ਨਹੀਂ ਲੱਗੇਗੀ ਐਸਡੀਐਮ ਦੇ ਆਰਡਰ ਵੱਲੋਂ, ਹੈ ਨਾ। ਬਿਨਾ ਇਹ ਤਾਂ ਮਤਲਬ ਉੱਦਾਂ ਵੀ ਤਾਂ ਲੀਗਲ ਨੋਟਿਸ ਕਢਾਉਂਦੇ ਰਹਿੰਦੇ ਆ ਅਸੀਂ, ਪਰ ਇਹਦੇ ਵਿੱਚ ਕਿਹਾ ਕਿ ਨੋ ਇੰਜੈਕਸ਼ਨ ਆਰਡਰ ਐਸਡੀਐਮ ਦੇ ਉੱਪਰ ਕੋਈ ਲੱਗੇ, ਕੋਈ ਵੀ ਅਥਾਰਟੀ, ਸਿਰਫ ਕੋਰਟ ਹੀ ਨਹੀਂ, ਕੋਈ ਵੀ ਅਥਾਰਟੀ ਨਹੀਂ ਕਰ ਸਕਦੀ। ਇਹਦੇ ਵਿੱਚ ਪ੍ਰੋਬਲਮ ਇਹ ਹੈ, ਪਹਿਲੀ ਤਾਂ ਕੋਈ ਰਾਈਟ ਟੂ ਅਪੀਲ, ਜਿਹੜੀ ਰਾਈਟ ਟੂ ਅਪੀਲ ਜਿਹਨੂੰ ਸੰਵਿਧਾਨਿਕ ਹੱਕ ਮੰਨਿਆ ਗਿਆ ਹੈ, ਜਿਹੜੇ ਕੌਂਸਟੀਟਿਊਸ਼ਨਲ ਅਸੈਂਬਲੀ ਡਿਬੇਟ ਦੇ ਵਿੱਚ ਵੀ BR ਅੰਬੇਡਕਰ ਜੀ ਜਿਹੜੇ ਸਾਡੇ ਹੈਗੇ ਸੰਵਿਧਾਨ ਦੇ ਨਿਰਮਾਤਾ, ਉਹਨਾਂ ਨੇ ਕਿਹਾ ਰਾਈਟ ਟੂ ਅਪੀਲ ਜ਼ਰੂਰ ਹੋਣਾ ਚਾਹੀਦਾ ਹੈ ਕੋਰਟ ਦਾ, ਤਾਂ ਉਹ ਨਹੀਂ ਦਿੱਤਾ। ਇਸ ਕਰਕੇ ਇਹ ਸਭ ਤੋਂ ਘਟੀਆ ਪ੍ਰੋਵੀਜ਼ਨ ਜਿਹਨੂੰ ਕਹਿ ਸਕਦੇ, ਜੋ ਮਰਜ਼ੀ ਕਰੋ, ਕਾਰਪੋਰੇਟ ਨੂੰ ਹੱਕ ਤੇ ਦੇਈ ਜੋ ਜਿੰਨੇ ਮਰਜ਼ੀ ਪ੍ਰੋਵੀਜ਼ਨ, ਪਰ ਇੱਕ ਕੋਰਟ ਜਾਣ ਦਾ ਇੱਕ ਆਪਸ਼ਨ ਜ਼ਰੂਰ ਹੋਣਾ ਚਾਹੀਦਾ ਹੈ। ਅਸੀਂ ਵੀ ਜਿਹੜੇ ਕੰਜ਼ਿਊਮਰ ਕੋਰਟ ਜਾਂਦੇ ਹੀ ਹਾਂ ਜਦ ਹੁੰਦਾ ਕੁਝ, ਤਾਂ ਇਹ ਬਹੁਤ ਗੜਬੜ ਵਾਲੀ ਪ੍ਰੋਵੀਜ਼ਨ ਹੈ। ਤੀਸਰੇ ਐਕਟ ਦੀ ਗੱਲ ਕਰਦੇ ਆ ਤਾਂ ਤੀਸਰਾ ਐਕਟ ਕੀ ਸੀਗਾ, ਉਸ ਦੇ ਵਿੱਚ ਕੀ ਪ੍ਰਾਵਧਾਨ ਦਿੱਤਾ ਗਿਆ, ਇਹਦੇ ਬਾਰੇ ਵੀ ਥੋੜਾ ਜਿਹਾ ਡਿਟੇਲ 'ਚ ਦੱਸ। ਤੀਸਰਾ ਐਕਟ ਹੈਗਾ ਦ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ 2020। ਇਹ 1955 ਦੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੀ ਅਮੈਂਡਮੈਂਟ ਹੈ। ਇਹਦੇ ਵਿੱਚ ਪਹਿਲੇ ਕਿਆ ਹੁੰਦਾ ਸੀਗਾ ਕਿ ਪਹਿਲੇ ਜਦ ਕੋਈ ਵੀ ਸਿਚੁਏਸ਼ਨ, ਨੋਰਮਲ ਸਿਚੁਏਸ਼ਨ ਦਾ ਇੱਥੇ ਹੈ, ਤਾਂ ਉਸ ਸਟਾਕ ਲਿਮਿਟ ਦੀ ਰੈਗੂਲੇਸ਼ਨ ਹੁੰਦੀ ਸੀ ਸਰਕਾਰ ਵੱਲੋਂ। ਪਰ ਇਹਦੇ ਵਿੱਚ ਕਿਆ ਸੈਕਸ਼ਨ 3 ਜਿਹੜਾ ਉੱਥੇ ਦਾ ਸੀਗਾ, ਜਿਹਦੇ ਵਿੱਚ ਸਾਰਾ ਦੱਸਿਆ ਗਿਆ ਸੀਗਾ, ਉਹਨੂੰ ਅਮੈਂਡ ਕੀਤਾ ਇਹਨਾਂ ਨੇ। ਤੇ ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਕੋਈ ਵੀ ਸਟਾਕ ਲਿਮਿਟ ਜਦ ਤਦ ਹੀ ਆਏਗੀ ਜਦ ਕੋਈ ਵਾਰ ਹੋਊਗਾ, ਪ੍ਰਾਈਸ ਰਾਈਜ਼ ਹੋਊਗਾ, ਲੜਾਈ ਹੋਊਗੀ, ਜੰਗ ਵਗੈਰਾ ਮਤਲਬ, ਤਾਂ ਉਹ ਵੀ ਜਿਹੜੀ ਸਟਾਕ ਲਿਮਿਟ ਹੈ ਉਹ ਤਦ ਆਏਗੀ ਜਦ 2 ਗੁਣਾ ਪ੍ਰਾਈਸ ਰਾਈਜ਼ ਹੋਏਗਾ। ਜਿਹੜੇ ਸਰਕਾਰ ਕਿਸਾਨ ਜਿਹੜੀ ਹੈ ਕੱਚੀ ਸਬਜ਼ੀ ਉਗਾਉਂਦਾ ਹੈ, ਉਹਦੇ ਵਿੱਚ 2 ਗੁਣਾ ਪ੍ਰਾਈਸ ਰਾਈਜ਼ ਆਏਗੀ ਤਦ, ਜਾਂ ਨਾਲ ਜਾਂ ਜਿਹੜੇ ਨੋਨ ਪੈਰੀਸ਼ੇਬਲ ਫੂਡ ਪ੍ਰੋਡਕਟ ਹੈ, ਮਤਲਬ ਜਿਹੜੇ ਪੈਕਡ ਹੁੰਦੇ ਆ ਫੂਡ ਪ੍ਰੋਡਕਟ, ਵਿੱਚ 1.5 ਗੁਣਾ ਇਨਕਰੀਜ਼ ਆਏਗਾ। ਤਾਂ ਮਤਲਬ 2 ਗੁਣਾ ਜਿਹੜਾ ਇਨਕਰੀਜ਼ ਹੈ, ਮੰਨ ਲਓ ਸੇਬ ਹੈ, ਕਿਸਾਨ ਜਿਹੜੀ ਕੱਚੀ ਉਗਾ ਰਿਹਾ ਸੇਬ, ਉਹ 100 ਰੁਪਏ ਦਾ ਤਾਂ 200 ਰੁਪਏ ਦਾ ਕਦੀ ਇੱਦਾਂ ਦੇਖਣ ਨੂੰ ਮਿਲ ਨਹੀਂ ਰਿਹਾ, ਜਾਂ ਕਦੀ ਇਤਿਹਾਸ ਚਾਹੀਏ ਤਾਂ ਅੱਗੇ ਅਨਰੀਅਲਿਸਟਿਕ ਦੀ ਸਿਚੁਏਸ਼ਨ ਲੱਗ ਰਹੀ ਹੈ, ਮਤਲਬ ਇੱਕ ਅਸੰਭਵ ਜੀ ਹੈ ਸਿਚੁਏਸ਼ਨ। ਇਹਨੂੰ ਅਸੀਂ ਮੰਨ ਨਹੀਂ ਸਕਦੇ ਕਿ ਇੱਦਾਂ ਹੋ ਸਕਦਾ ਕਦੀ, ਤਾਂ ਮਤਲਬ ਫਿਰ ਸਟਾਕ ਲਿਮਿਟ ਨਹੀਂ ਆਏਗੀ। ਚਲੋ ਮੰਨ ਲਿਆ ਇਹ ਹੋ ਵੀ ਗਿਆ, ਸਟਾਕ ਲਿਮਿਟ ਆ ਵੀ ਗਈ, ਉਹ ਵੀ ਸਿਰਫ ਵੈਲਿਊ ਚੇਨ ਪਾਰਟਿਸਪੈਂਟ 'ਤੇ ਆਏਗੀ, ਐਕਸਪੋਰਟਰ ਨੂੰ ਕੋਈ ਸਟਾਕ ਲਿਮਿਟ ਨਹੀਂ ਹੈ।
ਬਟ ਜਿਹੜੇ ਕਾਰਪੋਰੇਟ ਵਾਲੇ ਜਿਨ੍ਹਾਂ ਦੇ ਬਾਹਰਲੇ ਦੇਸ਼ਾਂ 'ਚ ਕੋਈ ਬ੍ਰਾਂਚਿਸ ਹੈਗੀ ਜਿਹੜੇ ਬਾਹਰ ਐਕਸਪੋਰਟ ਕਰ ਸਕਦੇ ਆ, ਉਹਨਾਂ ਤੇ ਕੋਈ ਸਟਾਕ ਲਿਮਿਟ ਨਹੀਂ ਹੋਏਗੀ, ਚਾਹੇ ਪ੍ਰਾਈਸ ਸਾਈਜ਼ ਹੋਏ, ਚਾਹੇ ਲੜਾਈ ਹੁੰਦੀ ਹੋਏ, ਕੋਈ ਵੀ ਸਿਚੁਏਸ਼ਨ ਹੈ, ਸਿਰਫ ਐਕਸਪੋਰਟਰ ਬਚਿਆ ਰਹੇਗਾ, ਬਾਕੀ ਸਾਰਿਆਂ ਤੇ ਲਿਮਿਟ ਲੱਗੇਗੀ। ਇੱਥੇ ਤਿੰਨੋਂ ਐਕਟ ਜਿਹੜੇ ਹੈ ਖਤਮ ਹੁੰਦੇ ਹੈ ਮੇਰੇ ਐਨਾਲਿਸਿਸ ਦੇ ਹਿਸਾਬ ਨਾਲ, ਕਿ ਇਹਦੇ ਵਿੱਚ ਜੋ ਵੀ ਸੀਗਾ ਮੈਂ ਦੱਸਤਾ, ਬਾਕੀ ਜੋ ਵੀ ਹੋਰ ਵੀ ਕੋਈ ਹੋਣੀ ਕਮੀਆਂ ਦੱਸ ਰਹੇ ਹੈ ਸਾਰੇ, ਬਾਕੀ ਆਪਣੇ ਆਪਣੇ ਸਾਰੇ ਵਿਚਾਰ ਸਾਂਝਾ ਕਰ ਸਕਦੇ ਪੰਜਾਬ ਟੀਵੀ ਤੇ ਆ ਕੇ। ਬਾਕੀ ਐਂਡ ਤੇ ਮੈਂ ਦੱਸਣਾ ਚਾਹਾਂਗਾ ਕੁਝ ਹੋਰ ਦੋ ਚਾਰ ਹੈਗੀ ਆ, ਜਿੱਦਾਂ ਸਾਡੇ ਰਾਣਾ ਜੀ ਇੱਥੇ MLA ਉਹ ਦੱਸਦੇ ਆ ਕਿ ਸੰਵਿਧਾਨਿਕ ਢਾਂਚੇ ਤੇ ਇੱਕ ਬਹੁਤ ਵੱਡੀ ਮਾਰ ਹੈ, ਤੇ ਇੱਕ ਹੋਰ ਇੱਕ ਸਟੇਟਸ ਦੇ ਹੱਕਾਂ ਦੀ ਕੋਈ ਗੱਲ ਕਰਦੇ ਆ, ਜਿੱਦਾਂ ਕੈਪਟਨ ਸਾਹਿਬ ਨੇ ਵੀ ਜਦ ਆਪਣੇ 3 ਬਿੱਲ ਪਾਸ ਕੀਤੇ ਸੀਗੇ ਪੰਜਾਬ ਦੇ ਵਿੱਚ, ਤਦ ਉਹਨਾਂ ਨੇ ਦੱਸਿਆ ਸੀਗਾ। ਉਸ ਤੋਂ ਬਾਅਦ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਕਿ ਪਾਰਲੀਮੈਂਟਰੀ ਐਕਸਪਰਟ ਪੈਨਲ ਜਿਹੜਾ ਹੈ ਉਹਨਾਂ ਨੂੰ ਨਹੀਂ ਬੁਲਾਇਆ ਗਿਆ। ਜੇ ਕਿਸਾਨੀ ਮੁੱਦੇ ਦੀ ਗੱਲ ਹੋ ਰਹੀ ਹੈ ਤਾਂ 2004 ਦੇ ਵਿੱਚ ਵਾਪਸ ਜਾਣਾ ਚਾਹਾਂਗਾ ਮੈਂ, ਸੀਡਸ ਬਿੱਲ 2004 ਦੇ ਵਿੱਚ ਆਇਆ ਸੀ, ਜਿੱਥੇ ਐਗਰੀਕਲਚਰ ਯੂਨੀਵਰਸਿਟੀ ਆ, ਨੈਸ਼ਨਲ ਜਿਹੜੀ ਸੀਡ ਕਾਰਪੋਰੇਸ਼ਨ ਹੈ, ਇੰਸਟੀਟਿਊਸ਼ਨਸ ਹੈ, ਉਹਨਾਂ ਨੂੰ ਬੁਲਾ ਕੇ ਡਿਸਕਸ਼ਨ ਕੀਤੀ ਗਈ ਸੀ ਕਿ ਸੀਡ ਬਿੱਲ ਵਿੱਚ ਦੱਸੋ ਕੋਈ ਕਮੀਆਂ ਆ ਰਹੀਆਂ ਹੈ। ਉਹਨਾਂ ਨੇ ਇਹੀ ਉਹਦਾ ਨਤੀਜਾ ਆਇਆ ਸੀ, ਬਹੁਤ ਇੰਪਰੂਵਮੈਂਟਸ ਉਹਨਾਂ ਨੇ ਕੀਤੀ ਸੀ ਜਦ ਐਕਸਪਰਟ ਬੁਲਾਏ ਗਏ। ਇੱਥੇ ਕੋਈ ਐਕਸਪਰਟ ਬੁਲਾ ਕੇ ਤਿੰਨਾਂ ਬਿੱਲਾਂ ਨੂੰ ਨਹੀਂ ਬਣਾਇਆ ਗਿਆ। ਉਸ ਤੋਂ ਬਾਅਦ ਆਖਰੀ ਜਿਹੜੀ ਹੈ ਕਿ ਪ੍ਰਾਈਵੇਟਾਈਜੇਸ਼ਨ, ਆਖਰੀ ਨਹੀਂ ਕਹੂੰਗਾ ਮੈਂ, ਪ੍ਰਾਈਵੇਟਾਈਜੇਸ਼ਨ ਜਿਹੜੀ ਐਗਰੀਕਲਚਰ ਦੀ ਜਿਹੜੀ ਹੈ ਉਹ US, ਕੈਨੇਡਾ, ਯੂਰਪ, ਚਾਈਨਾ ਵਰਗੇ ਦੇਸ਼ਾਂ ਵਿੱਚ ਵੀ ਫੇਲ ਹੋਈ ਹੈ। ਇਹ ਸਾਫ਼ ਐਵੀਡੈਂਸ ਸਾਡੇ ਸਾਰਿਆਂ ਦੇ ਸਾਹਮਣੇ ਹੈ। ਭਾਰਤ ਨੂੰ ਨਾ ਕੀਤਾ ਜਾਏ ਭਾਰਤ ਦੇ ਵਿੱਚ ਇਹ ਤਾਂ ਇੱਕ ਪਲੈਨਿੰਗ ਕਮਿਸ਼ਨ ਜਿਹਨੂੰ ਨੀਤੀ ਆਯੋਗ ਦੇ ਨਾਮ ਤੇ ਜਾਣਦੇ ਹੈ, ਜਿੱਦਾਂ ਇਹ ਕਹਿ ਰਹੇ ਹੈ ਕਈ ਮੈਨੂੰ ਕਿ ਨੀਤੀ ਆਯੋਗ ਨੇ ਵਿੱਚ ਸੁਜੈਸ਼ਨ ਦਿੱਤੇ ਹੈ, ਤੁਸੀਂ ਕਿੱਦਾਂ ਕਹਿ ਸਕਦੇ ਕਿ ਐਕਸਪਰਟ ਪੈਨਲ ਨਹੀਂ ਬੁਲਾਇਆ ਗਿਆ। ਤਾਂ ਨੀਤੀ ਆਯੋਗ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਜੇ ਉਹਨਾਂ ਨੇ ਦਿੱਤੇ ਹੈ, ਸੱਚ ਹੈ ਇਹ, ਹੈ ਨਾ, ਤਾਂ ਕਿ ਉਹਨਾਂ ਦੀ ਜਿਹੜੀ ਜਦ ਪਲੈਨਿੰਗ ਕਮਿਸ਼ਨ ਬਣੀ ਸੀਗੀ ਨਹਿਰੂ ਜੀ ਦੇ ਟਾਈਮ ਦੇ ਵਿੱਚ ਸੈਂਟਰ ਦੇ ਵਿੱਚ, ਤਾਂ ਉਹਨਾਂ ਨੇ ਇੱਕ ਸੰਵਿਧਾਨਿਕ ਉਸ ਪ੍ਰੋਵੀਜ਼ਨ ਦੇ ਉੱਪਰ ਇੱਕ ਆਪਣੀ ਪਲੈਨਿੰਗ ਕਮਿਸ਼ਨ ਬਣਾਈ ਸੀਗੀ ਕਿ ਸਾਨੂੰ ਕੰਸੈਂਟਰੇਸ਼ਨ ਆਫ ਵੈਲਥ, ਮਤਲਬ ਪੈਸੇ ਦਾ ਇੱਕ ਹੱਥ ਦੇ ਵਿੱਚ ਨਾ ਆਉਣਾ, ਬਲਕਿ ਸਾਰਿਆਂ ਦੇ ਕਾਮਨ ਗੁੱਡ ਵਾਸਤੇ ਡਿਸਟ੍ਰੀਬਿਊਟ ਹੋਣਾ ਚਾਹੀਦਾ। ਇਕਨੋਮਿਕ ਸਿਸਟਮ ਇਹੋ ਜਿਹਾ ਬਣਾਉਣਾ ਹੈ ਅਸੀਂ ਪਲੈਨਿੰਗ ਕਮਿਸ਼ਨ ਨੇ, ਤਾਂ ਉਸ ਪ੍ਰੋਵੀਜ਼ਨ ਨੂੰ ਯਾਦ ਕਰਨਾ ਚਾਹੀਦਾ ਹੈ ਨੀਤੀ ਆਯੋਗ ਨੂੰ, ਜੇ ਇਹਨਾਂ ਨੇ ਵਿੱਚ ਇੱਦਾਂ ਦੀ ਕੁਝ ਕੀਤਾ ਹੈ। ਜੇ ਤੁਹਾਨੂੰ ਕੋਈ ਹੋਰ ਇਹਨਾਂ ਬਿੱਲਾਂ ਵਿੱਚ, ਤੁਸੀਂ ਓਫੀਸ਼ੀਅਲ ਗਜ਼ਟ ਭਾਰਤ ਦਾ ਰਾਜਪੱਤਰ ਇੱਦਾਂ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਉੱਥੇ ਤੁਹਾਨੂੰ ਜੇ ਕੋਈ ਹੋਰ ਇਹਨਾਂ ਦੀ ਕਮੀਆਂ ਲੱਗਦੀਆਂ, ਤੁਸੀਂ ਪੰਜਾਬ TV ਤੇ ਆ ਕੇ ਆਪਣੇ ਵਿਊ ਸ਼ੇਅਰ ਕਰੋ। ਜੱਜਮੈਂਟ ਕੋਈ ਨਹੀਂ ਜਾਏਗਾ, ਜੱਜਮੈਂਟ ਦੇਗੀ ਜਨਤਾ। ਕਮੈਂਟ ਬਾਕਸ ਖੁੱਲ੍ਹਿਆ, ਉਹਦੇ ਵਿੱਚ ਜ਼ਰੂਰ ਦੱਸਿਓ। ਅਤੇ ਮੈਂ ਆਪਣਾ ਇੱਥੇ ਖਤਮ ਕਰਦਾ। ਇਹ ਮੇਰੇ ਵਿਊ ਸੀਗੇ, ਐਨਾਲਿਸਿਸ ਸੀਗਾ, ਅਤੇ ਇਹ ਕਿਸਾਨੀ ਬਿੱਲ ਹੈਗੇ ਆ, ਤੁਸੀਂ ਦੇਖ ਸਕਦੇ ਜੀ। ਬਿਲਕੁਲ, ਇਹ ਸੀਗੇ ਸਾਡੇ ਨਾਲ ਨੰਗਲ ਤੋਂ ਯੁਵਾ ਉਤਾਂਸ਼ ਮੋਂਗਾ ਜੀ। ਜਿਵੇਂ ਕਿ ਜੋ ਖੇਤੀ ਕਾਨੂੰਨ ਆਇਆ ਸੀ ਉਸ ਦੇ ਨਾਲ ਇਹਨਾਂ ਨੇ ਕੀ ਸੋਚਦੇ ਸੀਗੇ, ਕੀ ਇਹਨਾਂ ਨੇ ਪਾਇਆ, ਕੀ ਕਮੀਆਂ ਆਏ, ਉਹ ਸਾਰੀਆਂ ਇਹਨਾਂ ਨੇ ਪੰਜਾਬ TV ਨਾਲ ਸ਼ੇਅਰ ਜ਼ਰੂਰ ਕੀਤੀਆਂ। ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨੇ ਜੋ ਸੁਝਾਅ ਦਿੱਤੇ ਨੇ, ਜੋ ਇਹਨਾਂ ਨੂੰ ਕਮੀਆਂ ਇਸ ਬਿੱਲ ਦੇ ਵਿੱਚ ਮਿਲੀਆਂ ਨੇ, ਉਸ ਨਾਲ ਜੋ ਸਾਡੇ ਦਰਸ਼ਕ ਹੈ ਉਹ ਵੀ ਅਵੇਅਰ ਹੋਏ ਨੇ। ਇਸੇ ਤਰ੍ਹਾਂ ਲਗਾਤਾਰ ਜੋ ਅਪਡੇਟ ਅਸੀਂ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਆਪਣੇ ਜੋ ਕਮੈਂਟ ਹੈ ਜ਼ਰੂਰ ਆਪਣੇ ਕਮੈਂਟ ਪਾ ਕੇ ਦੱਸਿਓ ਕਿ ਤੁਸੀਂ ਇਸ ਬਿੱਲ ਨਾਲ ਕਿੰਨੇ ਸਹਿਮਤ ਹੋ, ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੀ ਜਨਤਾ ਤੱਕ ਇਹ ਆਵਾਜ਼ ਪਹੁੰਚ ਸਕੇ। ਫਿਲਹਾਲ ਆਪਣੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ, ਪੰਜਾਬ TV, ਨੰਗਲ ਡੈਮ।